ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਅਸੀਂ ਸਾਰੀ ਹੀ ਸੰਗਤ ਦੇ ਵੱਲੋਂ ਬੀਬੀ ਮਾਨ ਕੌਰ ਜੀ ਨੂੰ ਬੇਨਤੀ ਕਰਦੇ ਹਾਂ। ਵਾਹਿਗੁਰੂ ਜੀ, ਆਪ ਜੀ ਅਕਥ ਕਥਾ ਸਟਾਰਟ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਸਾਰੇ ਹੀ ਫਤਿਹ ਪ੍ਰਮਾਣ ਕਰੋ। ਬੁਲਾਓ ਫਤਿਹ ਗੁਰਮੁਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪਾਂ ਸਾਰਿਆਂ ਦਾ ਹੀ ਮਾਰਗਦਰਸ਼ਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਗੁਰੂ ਆਪ ਕਰ ਰਹੇ हैं। ਤੇ ਗੁਰਮੁਖੋ, ਆਪਾਂ ਸਾਰੇ ਹੀ ਇੱਕ ਸੰਗਤ ਰੂਪ ਦੇ ਵਿੱਚ, ਪਰਿਵਾਰ ਦੇ ਰੂਪ ਦੇ ਵਿੱਚ ਇਕੱਠੇ ਹੋ ਕੇ ਉਹਨਾਂ ਤੋਂ ਆਪਣੇ ਜੀਵਨ ਦੀ ਜਾਂਚ, ਆਪਣੇ ਮਨ ਦੀ ਕਹਾਣੀ, ਅਕਥ ਦਾ ਗਿਆਨ ਆਪਾਂ ਸਾਰੇ ਹੀ ਸਰਵਣ ਕਰ ਰਹੇ हैं। ਤੇ ਆਓ ਗੁਰਮੁਖੋ, ਆਪਾਂ ਉਹਨਾਂ ਤੇ ਪੁੱਛੀਏ ਕਿ ਗੁਰਮੁਖੋ, ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜੋ ਸੋਝੀ ਦਿੰਦੇ हैं, वो किस ਪੁਆਇੰਟ ਤੇ ਸਮਝਾਣੇ ਦੀ ਕੋਸ਼ਿਸ਼ ਕਰਨੇ ਹੈ। ਕਿੱਥੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਜੋ ਅਕਥ ਦੀ ਕਹਾਣੀ ਹੈ, ਉਹ ਕਿਸ ਪੁਆਇੰਟ ਤੇ ਕਿਸ ਵਿਸ਼ੇ ਤੇ ਸਟਾਰਟ ਹੋ ਰਹੀ ਹੈ, ਉਹ ਸੋਝੀ ਆਪਾਂ ਨੇ ਲੈਣੀ ਹੈ। ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਸੋਝੀ ਦੇ ਰਹੇ ਹੈ। ਕਹਿੰਦੇ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਉਹ ਆਪਾਂ ਨੂੰ ਸੋਝੀ ਦੇ ਰਹੇ ਕਿ ਜਿਤਨਾ ਕੁਛ ਬ੍ਰਹਮੰਡ ਦੇ ਵਿੱਚ ਹਾਜ਼ਰ ਹੈ, ਉਹ ਆਪ ਦੇ ਅੰਦਰ ਜੋ ਇੱਕ ਕਾਇਆ ਨਗਰੀ, ਇੱਕ ਉਸ ਅਕਾਲ ਪੁਰਖ ਪ੍ਰਮਾਤਮਾ ਨੇ ਆਪਾਂ ਨੂੰ ਇੱਕ ਨਕਸ਼ਾ ਦਿਆ ਹੈ, ਜਿਹਨੂੰ ਆਪਾਂ ਬੋਡੀ ਕਹਿੰਦੇ हैं। ਇਹਦੇ ਵਿੱਚ ਵੀ ਉਹ ਸਾਰਾ ਕੁਝ ਹਾਜ਼ਰ ਹੈ। ਪ੍ਰਮਾਤਮਾ ਅਕਾਲ ਪੁਰਖ ਨੇ ਨਕਸ਼ਾ ਬਣਾ ਕੇ ਆਪਾਂ ਨੂੰ ਦਿਆ ਹੈ। ਔਰ ਇਹਦੇ ਵਿੱਚ ਅੱਖਾਂ ਦੇ ਰਾਹੀਂ, ਅੱਖਾਂ ਦੇ ਵਿੱਚ ਉਸ ਮਨ ਬੱਚੇ ਨੂੰ ਆਪ ਆਪਣੀ ਔਲਾਦ ਨੂੰ ਆਪਣੇ ਵਿੱਚ ਤੋਂ ਕੱਢ ਕੇ ਜੋਤ ਸਰੂਪ ਬਣਾ ਕੇ ਉਸ ਬੋਡੀ ਦੇ ਵਿੱਚ ਪਾ ਦਿਆ। 84 ਲੱਖ ਜੂਨੀਆਂ ਅਕਾਲ ਪੁਰਖ ਪ੍ਰਮਾਤਮਾ ਨੇ ਸਾਜੀਆਂ, ਉਹਨਾਂ ਦੇ ਵਿੱਚ ਇੱਕ ਉੱਤਮ ਜਾਮਾ ਮਾਨੁਕ ਦੇ ਹੀ, ਉਹ ਉੱਤਮ ਜਾਮਾ ਹੀ ਸਾਜਾ। ਉਹਦੇ ਵਿੱਚ ਇੱਕ ਮਨ ਦੀ ਜੋਤ ਆਪਣੀ ਬੋਡੀ ਦੇ ਵਿੱਚ, ਅੱਖਾਂ ਦੇ ਵਿੱਚ ਪਾਈ। ਔਰ ਉੱਥੇ ਤੇ ਹੀ ਵਾਹਿਗੁਰੂ ਖੇਲ ਸਟਾਰਟ ਹੋ ਗਿਆ ਸਾੜਾ ਤੇ ਉਸ ਅਕਾਲ ਪੁਰਖ ਪ੍ਰਮਾਤਮਾ ਦਾ, ਜਿੱਥੇ ਇੱਕ ਵਰਡ ਹਾਜ਼ਰ ਹੋ ਗਿਆ ਕਿ ਮੈਂ ਔਰ ਪ੍ਰਮਾਤਮਾ। ਜਿੱਥੇ ਅਸੀਂ ਇਸ ਲਫ਼ਜ਼ ਨੂੰ ਯੂਜ਼ ਕਰਨਾ ਸਿੱਖ ਗਏ ਕਿ ਮੈਂ ਔਰ ਪ੍ਰਮਾਤਮਾ, ਉੱਥੇ ਹੀ ਦੁਨੀਆ ਸ਼ੁਰੂ ਹੋ ਗਈ। ਜਿੱਥੇ ਆ ਮੈਂ ਵਰਡ ਤੋਂ ਭਾਵ ਹੈ ਗੁਰਮੁਖੋ ਕਿ ਆਪਣੇ ਆਪ ਦਾ ਅਹਿਸਾਸ, ਆਪਣੇ ਆਪ ਦੀ ਹੋਂਦ ਵੱਖਰੀ ਹੋਣਾ, ਕਿ ਮੈਂ ਕੁਝ ਹੋਰ ਹਾਂ, ਮਾਲਿਕ ਕੁਝ ਹੋਰ ਹੈ, ਮੈਂ ਤੇ ਮਾਲਿਕ ਵੱਖ-ਵੱਖ ਹੈ। ਇਹ ਚੀਜ਼ ਨੂੰ ਸਮਝਣੇ ਦੇ ਸਾਥ ਹੀ ਸਾਡਾ ਲੋਕ ਦਾ ਖੇਲ ਸ਼ੁਰੂ ਹੋ ਜਾਂਦਾ ਹੈ। ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ ਸੋਝੀ ਸਾਨੂੰ ਦੇ ਰਹੇ ਹਨ, ਮੈਂ ਕਾਇਆ ਅੰਦਰ ਆਪ ਬਸੈ, ਅਲਖ ਨ ਲਖਿਆ ਜਾਈ, ਮਨ ਮੁਖ ਮੁਗਦ ਬੂਝੈ ਨਾਹੀ, ਬਾਹਰ ਭਲੜ ਜਾਈ। ਕਿ ਉਹ ਅਕਾਲ ਪੁਰਖ ਪ੍ਰਮਾਤਮਾ ਸਾਡੇ ਆਪ ਦੇ ਅੰਦਰ, ਆਪ ਦੇ ਘਰ ਦੇ ਵਿੱਚ ਹੀ ਵਸਾ ਹੋਇਆ ਹੈ, ਲੇਕਿਨ ਤੁੱਛ ਬੁੱਧੀ ਹੋਣੇ ਦੇ ਕਾਰਨ ਆਪਾਂ ਉਹਨੂੰ ਖੋਜ ਨਹੀਂ ਸਕੇ, ਆਪਾਂ ਨੇ ਉਹਨੂੰ ਬੁੱਝਿਆ ਨਹੀਂ। ਆਪਾਂ ਦ੍ਰਿਸ਼ਟਮਾਨ ਰੂਪ ਦੇ ਵਿੱਚ, ਆਕਾਰਾਂ ਦੇ ਵਿੱਚ, ਲੋਕ ਦੇ ਵਿੱਚ ਉਹਨੂੰ ਖੋਜਣੇ ਦੀ ਕੋਸ਼ਿਸ਼ ਕਰਦੇ ਰਹੇ। ਲੋਕ ਤੇ ਭਾਵ ਹੈ ਜੋ ਆਕਾਰ ਰੂਪ ਦੇ ਵਿੱਚ ਜਿਤਨਾ ਵੀ ਦ੍ਰਿਸ਼ਟਮਾਨ ਪਸਾਰਾ ਹੈ, ਉਹ ਮਾਇਆ ਦਾ ਹੈ। ਉਹਦੇ ਵਿੱਚ ਮਤ ਨਾ ਹੋਣੇ ਦੇ ਕਾਰਨ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਖੋਜਣੇ ਦੀ ਕੋਸ਼ਿਸ਼ ਕਰਦੇ ਰਹੇ। ਆਪਣੇ ਬੜੇ ਵਡੇਰੇ ਜੋ ਬਜ਼ੁਰਗ, ਉਹਨਾਂ ਤੋਂ ਪਹਿਲੇ ਵੀ ਕਾਫੀ ਟਾਈਮ ਹੋ ਗਿਆ ਅਕਾਲ ਪੁਰਖ ਪ੍ਰਮਾਤਮਾ ਨੂੰ ਬਾਹਰ ਲੱਭਦੇ ਲੱਭਦੇ, ਲੇਕਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੋਝੀ ਦੇ ਰਹੇ ਕਿ ਉਹ ਤੇਰੇ ਆਪ ਦੇ ਅੰਦਰ ਹੀ ਵਸਦਾ ਹੈ। ਲੇਕਿਨ ਫਰਕ ਉੱਥੇ ਪੜ ਗਿਆ, ਖੇਲ ਉੱਥੇ ਸ਼ੁਰੂ ਹੋ ਗਿਆ, ਜਿੱਥੇ ਤੈਨੇ ਆਪਣੇ ਆਪ ਨੂੰ ਅਲੱਗ ਤੇ ਅਕਾਲ ਪੁਰਖ ਪਰਮਾਤਮਾ ਨੂੰ ਆਪਣੀ ਸੁਰਤ ਦੇ ਨਿਆਈ ਵੱਖ ਕਰ ਦਿਆ। ਹੁਣ ਆਪਾਂ ਨੂੰ ਉਹ ਸੋਝੀ ਦੇ ਰਹੇ ਹੈ ਕਿ ਇਹ ਸੁਰਤ ਦੇ ਰਾਹੀਂ, ਇਹ ਮਨ ਦੇ ਰਾਹੀਂ ਉਹਨੂੰ ਇੱਕ ਕਰਨਾ ਹੈ, ਕਿਉਂਕਿ ਦੋ ਆਪਾਂ ਹੈ ਹੀ ਨਹੀਂ, ਦੋ ਆਪਾਂ ਨੇ ਆਪ ਨੇ ਬਣਾਏ ਹੈ। ਸਾਨੇ ਆਪਣੇ ਮਨ ਨੂੰ
ਐਕਸੈਪਟ ਕਰਾ ਕੇ ਜੋ ਦੁਨੀਆ ਦੇ ਵਿੱਚ ਜਿਤਨੀ ਵੀ ਚੀਜ਼ਾਂ ਵਿਚਰ ਰਹੀਆਂ ਹੈ ਉਹ ਸਾਨੇ ਆਪਣੇ ਮਨ ਨੂੰ ਮਨਾਈਆਂ। ਜਿਵੇਂ ਕਿ ਲਾ ਲਓ ਵਾਹਿਗੁਰੂ, ਸੰਸਾਰ ਦੇ ਵਿੱਚ ਜਦ ਉਹ ਇੱਕ ਨਿੱਕਾ ਜਿਹਾ ਬੱਚਾ ਜਿਹਦਾ ਜਨਮ ਹੁੰਦਾ ਉਹ ਸੰਸਾਰ ਦੇ ਵਿੱਚ ਆਉਂਦਾ ਹੈ ਤੇ ਉਹਦੇ ਪਾਸ ਗਿਆਨ ਇੰਦਰੀਆਂ ਵੀ ਹੋਣੀਆਂ ਹੈ, ਕਰਮ ਇੰਦਰੀਆਂ ਵੀ ਹੋਣੀਆਂ ਹੈ, ਲੇਕਿਨ ਵਾਹਿਗੁਰੂ ਉਹ ਉਹਨਾਂ ਦਾ ਪ੍ਰਯੋਗ ਕਰਨਾ ਨਹੀਂ ਜਾਣਦਾ। ਤੇ ਇਸ ਕਰਕੇ ਆਪਾਂ ਵੀ ਅੱਜ ਗੁਰਮਤਿ ਦੇ ਰਾਹੀਂ ਜੋ ਗਿਆਨ ਦ੍ਰਿੜ ਕਰ ਰਹੇ ਹੈ ਉਹਦੇ ਵਿੱਚ ਆਪਾਂ ਉਹ ਨਿੱਕੇ ਬੱਚੇ ਹੀ हैं। अपने पास ज्ञान इंद्रियां है, कर्म इंद्रियां भी है। ਇਹਨਾਂ ਨੂੰ कैसे ਆਪਾਂ ਨੇ ਸੈੱਟ ਕਰਨਾ ਹੈ, कैसे कर्म इंद्रियां ज्ञान इंद्रियां ਤੋਂ ਗੁਰਮਤਿ ਦੇ ਵਿੱਚ ਚਲਦੇ ਹੋਇਆ ਕੰਮ ਲੈਣਾ ਹੈ, ਉਹ ਆਪਾਂ ਦੀ ਸੋਝੀ ਵਿਸਰ ਗਈ। ਉਹ ਸੋਝੀ ਆਪਾਂ ਦੀ कैसे ਵਿਸਰੀ? ਕਿਉਂਕਿ ਜਦ ਆਪਾਂ ਸੰਸਾਰ ਦੇ ਵਿੱਚ ਇੱਕ ਨਿੱਕੇ ਜਿਹੇ ਬੱਚੇ ਨੂੰ ਦੇਖਦੇ ਹਾਂ, ਉਹ ਸੰਸਾਰ ਦੇ ਵਿੱਚ ਆਉਂਦਾ ਹੈ ਤੇ ਉਹਦੇ ਪਾਸ ਨੇਤਰ ਵੀ ਹੁੰਦੇ ਹੈ, ਲੇਕਿਨ ਉਹ ਨੇਤਰਾਂ ਦਾ ਇਸਤੇਮਾਲ ਕਰਨਾ ਅਸਲੋਕ ਦੇ ਵਿੱਚ ਨਹੀਂ ਜਾਣਦਾ। ਉਹ ਦੂਸਰੇ ਦੇਸ਼ ਦੀ ਭਾਸ਼ਾ, ਦੂਸਰੇ ਜੋ ਆਪਾਂ ਨੂੰ ਪਰਲੋਕ ਬੋਲਦੇ ਹੈ ਜਿਹਨੂੰ, ਉਹਦੀ ਭਾਸ਼ਾ, ਉਹਦੇ ਤੌਰ ਤਰੀਕੇ ਸਿੱਖੇ ਹੋਏ ਹੁੰਦਾ ਹੈ। ਉਹ ਲੋਕ ਦੇ ਤੌਰ ਤਰੀਕੇ, ਲੋਕ ਦੀ ਭਾਸ਼ਾ, ਲੋਕ ਦੇ ਦ੍ਰਿਸ਼ਟਮਾਨ ਆਕਾਰਾਂ ਨੂੰ ਦੇਖਣੇ ਦੀ ਵ੍ਰਿਤੀ ਉਹਦੀ ਨਹੀਂ ਹੁੰਦੀ। ਉਹ ਅਕਾਲ ਪੁਰਖ ਪਰਮਾਤਮਾ ਨੂੰ ਦੇਖਦਾ ਹੈ ਤੇ ਕੰਨਾਂ ਦੇ ਰਾਹੀਂ ਮਾਲਿਕ ਨੂੰ ਸੁਣਦਾ ਵੀ ਹੈ। ਉਹਦੇ ਪਾਸ ਕੰਨਾਂ ਦੀ ਜੋ ਗਿਆਨ ਇੰਦਰੀਆਂ ਹੈ ਉਹ ਉਹਨਾਂ ਦੇ ਰਾਹੀਂ ਮਾਲਿਕ ਨੂੰ ਸੁਣਦਾ ਹੈ। ਜਿਵੇਂ ਕਿ ਫੇਰ ਆਪਾਂ ਸੰਸਾਰ ਦੇ ਵਿੱਚ ਉਸ ਬੱਚੇ ਨੂੰ ਦ੍ਰਿਸ਼ਟਮਾਨ ਜੋ ਮਾਇਆ ਹੈ ਉਹਦੇ ਸਾਥ ਜੋੜਨ ਦੀ ਕੋਸ਼ਿਸ਼ ਕਰਦੇ ਨੇ। ਯਾ ਨਹੀਂ ਹੁੰਦਾ ਵਾਹਿਗੁਰੂ ਕਿ ਬੱਚੇ ਨੂੰ ਦੇਖਣਾ ਨਹੀਂ ਆਉਂਦਾ, ਵਾਹਿਗੁਰੂ ਨੂੰ ਦੇਖਣਾ ਆਉਂਦਾ ਹੈ ਲੇਕਿਨ ਲੋਕ ਨੂੰ ਦੇਖਣਾ ਨਹੀਂ ਆਉਂਦਾ। ਉਹ ਪਰਲੋਕ ਦੇ ਵਿੱਚ ਸੁਰਤੀ ਰੱਖਦਾ ਹੈ, ਉਹ ਸੁਣਨ ਦੇ ਵਿੱਚ ਆਸਣ ਲਾ ਕੇ ਬੱਚਾ ਵਿਚਰਦਾ ਹੈ। ਲੇਕਿਨ ਆਪਾਂ ਕੀ ਕਰਦੇ ਹਾਂ, ਆਪਾਂ ਉਹਨੂੰ ਸੁਣਨ ਦੇ ਵਿੱਚ ਤੇ ਉਹਦਾ ਧਿਆਨ ਹਟਾ ਕੇ ਔਰ ਆਕਾਰਾਂ ਦੇ ਵਿੱਚ ਪਰੋ ਦਿੰਦੇ ਹਾਂ। ਆਪਾਂ ਉਹਨੂੰ ਪਹਿਲੇ ਬੱਚੇ ਨੂੰ ਕੀ ਕਰਦੇ ਹਾਂ ਵਾਹਿਗੁਰੂ, ਆਪਾਂ ਸਾਰੇ ਬੱਚੇ ਨੂੰ ਪਹਿਲੇ ਆਪਾਂ ਬਜਾਣੇ ਵਾਲੇ, ਜਬ ਨਿੱਕਾ, ਸਾਰੇ ਹੀ ਆਪਾਂ ਜਾਣਦੇ ਆਪਣੇ ਘਰ ਦੇ ਵਿੱਚ ਸਾਰਿਆਂ ਦੇ ਹੀ ਕੋਈ ਨਾ ਕੋਈ ਨਿੱਕਾ ਬੱਚਾ ਆਪਾਂ ਨੇ ਦੇਖਿਆ ਹੀ ਹੋਊਗਾ ਕਿ ਜਬ ਬਹੁਤ ਨਿੱਕਾ ਬੱਚਾ ਹੁੰਦਾ ਹੈ ਤੇ ਫਿਰ ਆਪਾਂ ਉਹਨੂੰ बजाने वाले खिलौने देते हैं। बजाने वाले क्यों? क्योंकि वो आवाज के साथ जुड़ सके, क्योंकि वो आवाज दे राही जिथे आवाज, जिस तरफ से आवाज आऊगी उधर ਉਹਦਾ ਧਿਆਨ ਪ੍ਰਪੱਖ ਹੋਣਾ ਸ਼ੁਰੂ ਹੋ ਜਾਂਦਾ। ਜਿਵੇਂ ਕਿ ਆਪਾਂ ਹੱਥਾਂ ਤੇ ਵੀ ਐਸੇ ਬਜਾ ਕੇ ਵੀ, ਚੁਟਕੀ ਵਜਾ ਕੇ ਵੀ ਉਹਨੂੰ ਆਪਣੀ ਤਰਫ ਆਕਰਸ਼ਿਤ ਕਰਨੇ ਕਿ ਉਹ ਆਵਾਜ਼ ਦੇ ਸਾਥ ਸਾਥ ਸਾਡੀ ਬੋਡੀ ਨੂੰ ਵੀ ਕੈਚ ਕਰੇ। ਤੇ ਉਸ ਤੋਂ ਬਾਅਦ ਬੱਚਾ ਸੁਣਨਾ ਸਿੱਖਦਾ ਹੈ। ਸਭ ਤੋਂ ਪਹਿਲੇ ਸੁਣਨਾ, ਉਸ ਤੋਂ ਬਾਅਦ ਉਹਨੂੰ ਆਪਾਂ ਸੋਝੀ ਦਿੰਦੇ ਹਾਂ। ਆਪਾਂ ਉਹਨੂੰ ਆਪਣੀ ਤਰਫ ਜਿੱਧਰ ਤੇ ਆਵਾਜ਼ ਆ ਰਹੀ ਹੁੰਦੀ ਹੈ ਆਪਾਂ ਕਹਿੰਦੇ ਐਸੇ ਹੱਥ ਮਾਰ ਕੇ ਐਸੇ ਕਹਿੰਦੇ ਕਿ ਦੇਖੋ ਅੱਧਰ ਦੇਖੋ, ਅੱਧਰ ਦੇਖੋ। ਆਪਾਂ ਉਹਨੂੰ ਇਸ਼ਾਰੇ ਦਿੰਦੇ ਹਾਂ। ਕਿਉਂ? ਫਿਰ ਆਪਾਂ ਉਹਨੂੰ ਆਵਾਜ਼ ਦੇ ਸਾਥ ਸਾਥ ਆਕਾਰ ਦਾ ਵੀ ਗਿਆਨ ਕਰਾਂਗੇ। ਫਿਰ ਬੱਚਾ ਦੇਖਦਾ ਹੈ ਕਿ ਆਵਾਜ਼ ਕਿੱਥੇ ਤੇ ਆ ਰਹੀ ਹੈ, ਕਿ ਕਿਹਦੇ ਮੁਖ ਤੇ ਆ ਰਹੀ ਹੈ, ਕੀ ਚੀਜ਼ ਮੇਰੇ ਸਾਹਮਣੇ ਖੜੀ ਹੈ। ਫਿਰ ਬੱਚਾ ਉਹਦਾ ਜੋ ਹੈ ਦੇਖ ਕੇ ਉਹਨੂੰ ਆਪਣੇ ਹਿਰਦੇ ਦੇ ਵਿੱਚ ਬਸਾ ਲੈਂਦਾ ਹੈ ਔਰ ਆਵਾਜ਼ ਨੂੰ ਸੁਣਨਾ ਸਿੱਖ ਜਾਂਦਾ ਹੈ। सुन के और फिर प्लस देख के दो विधियां लग गई हैं कि पहला सुनना और देखना। देखने वाली जो क्रिया है वो सेकंड नंबर ते ਉਹਨੂੰ ਆਂਦੀ ਹੈ। पहले ਉਹਨੂੰ देखना नहीं आंदा, पहले ਬੱਚਾ ਸੁਣਨਾ ਸਿੱਖਦਾ ਹੈ। ਆਪਾਂ ਸਾਰੇ ਹੀ ਜਾਣਦੇ हैं, ਆਪਾਂ ਲੋਕ ਦੇ ਵਿੱਚ ਵਿਚਰਨੇ ਵਾਲੀ ਜੋ ਨਿੱਕੇ ਬੱਚੇ ਹੈ, ਜੋ ਵੀ ਆਪਾਂ ਦੇਖਦੇ हैं, ਉਹਨਾਂ ਦੇ ਜੋ ਅੰਦਰ ਸੰਸਾਰ ਦੇ ਵਿੱਚ ਐਂਟਰ ਹੋਣੇ ਦੀ ਵਿਧੀ ਹੈ वो यही है। तो ਇਸ ਕਰਕੇ ਆਪਾਂ ਵੀ ਉਸ ਨਿੱਕੇ ਬੱਚੇ ਦੀ ਭਾਂਤੀ ਹੈ। ਹੁਣ ਉਸ ਤੋਂ ਬਾਅਦ ਉਹ ਸੁਣਨਾ ਸਿੱਖਦਾ ਹੈ, ਸੁਣਨੇ के बाद देखना ਸਿੱਖਦਾ ਹੈ और ਇੱਕ ਦਿਨ ऐसा ਹੁੰਦਾ है कि वो सुनना और देखना दोनों ਇੱਕ ਸਾਥ ਸਿੱਖ ਜਾਂਦਾ ਹੈ। ਫਿਰ ਉਸ ਤੋਂ ਬਾਅਦ ਪੂਰੀ ਉਮਰ ਜੋ ਵੀ ਗਿਆਨ ਉਹਨੂੰ ਉਸ ਉਮਰ ਦੇ ਵਿੱਚ ਕਰਾਇਆ ਜਾਂਦਾ, ਦ੍ਰਿੜ ਕਰਾਇਆ ਜਾਂਦਾ ਹੈ ਕਿ ਆਪਾਂ ਕਹਿੰਦੇ ਜੀ ਇਹ ਤੇਰੇ ਡੈਡੀ ਹੈ। ਫਿਰ ਉਹ ਦੇਖਦਾ ਹੈ ਕਿਉਂਕਿ ਉਹਦੀ ਅੰਦਰ ਜੋ ਸੁਰਤ ਹੈ, ਜੋ ਮਤ ਹੈ, ਉਹ ਇੰਨਾ ਕੰਮ ਨਹੀਂ ਕਰਦੀ, ਬੱਚਾ ਭੁੱਲ ਜਾਂਦਾ ਹੈ। ਫਿਰ ਆਪਾਂ ਉਹਨੂੰ ਦੁਬਾਰਾ ਤੇ ਦ੍ਰਿੜ ਕਰਾਂਗੇ। ਆਪਾਂ ਉਹਨੂੰ ਜਬ ਤੱਕ ਦ੍ਰਿੜ ਕਰਾਈ ਜਾਂਦੇ ਹੈ ਕਿਉਂਕਿ ਉਹਨੂੰ ਅੰਦਰ ਦਾ ਗਿਆਨ ਨਹੀਂ ਹੈਗਾ। ਆਪਾਂ ਉਹਨੂੰ ਜਬ ਤੱਕ ਦ੍ਰਿੜ ਕਰਾਈ ਜਾਂਦੇ ਜਬ ਤੱਕ ਕਿ ਉਹਦਾ ਮਨ ਨਾ ਮੰਨ ਜਾਵੇ, ਜਬ ਤੱਕ ਕਿ ਉਹ ਖੁਦ ਨਾ ਮੰਨ ਜਾਵੇ, ਉਸ ਚੀਜ਼ ਨੂੰ ਐਕਸੈਪਟ ਨਾ ਕਰ ਲਵੇ, ਤਬ ਤੱਕ ਆਪਾਂ ਉਹਦੇ ਸਾਥ ਉਹ ਚੀਜ਼ ਨੂੰ ਵਾਰ-ਵਾਰ ਰਿਪੀਟ ਕਰਾਈ ਜਾਂਦੀ। ਉਸ ਤੋਂ ਬਾਅਦ ਬੱਚਾ ਕਿਸੇ ਦੇ ਕਹਿਣੇ ਤੇ ਨਹੀਂ ਬੋਲਦਾ। ਫਿਰ ਉਹਨੇ ਜੋ ਹਿਰਦੇ ਚ ਵਸਾ ਲਿਆ ਉਹ ਉਸ ਤੋਂ ਆਪਣੇ ਆਪ ਹੀ ਜਬ ਤੱਕ ਸੰਸਾਰ ਦੇ ਵਿੱਚ ਵਿਚਰਦਾ ਹੈ ਉਹਨੂੰ ਉਹੀ ਚੀਜ਼ ਮੰਨ ਕੇ ਖੇਲਦਾ ਹੈ ਜੋ ਆਪਾਂ ਉਹਨੂੰ ਸਿਖਾਉਂਦੇ। ਇਸੇ ਕਰਕੇ ਜੋ ਆਪਾਂ ਨੂੰ ਗੁਰਮਤਿ ਦਾ ਗਿਆਨ ਦਿਆ ਜਾ ਰਿਹਾ ਹੈ, ਇਹਦੇ ਵਿੱਚ ਸਭ ਤੋਂ ਪਹਿਲਾ ਭਾਵ
ਬੱਚੇ ਨੂੰ ਸੰਸਾਰ ਦੇ ਵਿੱਚ ਵਿਚਰਨ ਦੇ ਲਈ ਵਾਹਿਗੁਰੂ ਭਰੋਸਾ ਵੀ ਹੈ। ਸਭ ਤੋਂ ਮੇਨ ਚੀਜ਼ ਹੈ ਭਰੋਸਾ। ਜੇ ਬੱਚਾ ਭਰੋਸਾ ਹੀ ਨਾ ਕਰੇ ਤੇ ਫਿਰ ਉਹ ਨਹੀਂ ਵਿਚਰ ਸਕਦਾ। ਉਹ ਭਰੋਸਾ ਕਰਕੇ ਮਨ ਨੂੰ ਮੰਨਦਾ ਹੈ, ਮਨਾ ਕੇ ਫਿਰ ਖੇਲਣਾ ਸ਼ੁਰੂ ਕਰਦਾ ਹੈ। ਇਸ ਕਰਕੇ ਸਾਨੂੰ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸੋਝੀ ਦੇ ਰਹੇ ਹਨ ਕਿ ਜੇ ਤੁਹਾਨੇ ਆਪਣੇ ਪਰਲੋਕ ਦੇ ਵਿੱਚ ਐਂਟਰ ਹੋਣਾ ਹੈ, ਲੋਕ ਤੇ ਪਰਲੋਕ ਜਾਣਾ ਹੈ, ਤੇ ਸਭ ਤੋਂ ਪਹਿਲੀ ਕਿ ਮਨ ਦੇ ਵਿੱਚ ਭਰੋਸਾ ਹੋਣਾ ਚਾਹੀਏ, ਪੂर्ण ਭਰੋਸਾ। ਜੇ ਸਾਡੇ ਵਿੱਚ ਸੰਕੇ रहेंगे, ਸਾਡੇ ਮਨ ਦੇ ਵਿੱਚ ਤਰਕ ਵਿਤਰਕ, ਤਰਕ ਕਰਨਾ ਹੈ ਲੇਕਿਨ ਪ੍ਰੈਕਟੀਕਲ ਰਾਹੀ, ਆਪਣੀ ਜ਼ੁਬਾਨ ਦੇ ਰਾਹੀ ਨਹੀਂ, ਪ੍ਰੈਕਟੀਕਲ ਰਾਹੀ। ਕਿਉਂਕਿ ਮਨ ਨੂੰ ਦੇਖਣਾ ਹੈ ਕਿ ਵੀ ਆ ਜੋ ਗੁਰਮੁਖ ਸਾਨੂੰ ਗੁਰਬਾਣੀ ਗੁਰੂ ਸਾਨੂੰ ਸੋਝੀ ਦੇ ਰਹੇ ਹੈ, ਉਹ ਵਾਕਈ ਆਈ ਰਿਜ਼ਲਟ ਉਹਦਾ ਆਉਂਦਾ ਹੈ, ਤੇ ਸਾਨੇ ਉਹਦਾ ਤਰਕ ਆਪਣੇ ਮਨ ਪੇ ਕਰਨਾ ਹੁੰਦਾ ਹੈ, ਕਿਸੇ ਦੀ ਬੋਡੀ ਪੇ ਜਾਂ ਕਿਸੇ ਦੇ ਬਾਰੇ ਚ ਸੋਚ ਕੇ ਨਹੀਂ। ਉਸ ਤੋਂ ਬਾਅਦ ਸਾਨੂੰ ਸੋਝੀ ਦੀ ਜਾਂਦੀ ਹੈ ਕਿ ਬਈ ਸੁਣਨਾ ਸਿੱਖੋ। ਸੁਣਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਨੂੰ ਕੀ ਕਹਿ ਰਹੇ ਕਿ ਵੀ ਸੁਣਨਾ ਸਿੱਖੋ। ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਸੋਝੀ ਵੀ ਦੀ ਗਈ ਹੈ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਉ। ਇਹਦੇ ਵਿੱਚ ਤੇ ਉਹ ਬਰੀਕੀ ਨੂੰ ਪਕੜੋ ਜੋ ਵਿਧੀ ਉੱਧਰ ਜਾਣੇ ਦੀ ਲੱਗ ਰਹੀ ਹੈ। ਉਹਦੇ ਵਿੱਚ ਜਿਵੇਂ ਆਪਾਂ ਗੁਰਮੰਤਰ ਦ੍ਰਿੜ ਕਰਦੇ ਹਾਂ, ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਜੋ ਸਾਨੂੰ ਗਿਆਨ ਦ੍ਰਿੜ ਕਰਾਇਆ ਜਾਂਦਾ, ਵਿਧੀ ਇੱਕ ਹੀ ਲੱਗਣੀ ਹੈ, ਲੇਕਿਨ ਜੈਸੇ ਜੈਸੇ ਸਾਡੇ ਮਨ ਦੀ ਅਵਸਥਾ बढ़ती ਜਾਊਗੀ, ਜੋ ਜੋ ਸਾਨੂੰ ਮਿਲਦਾ ਜਾਊਗਾ, ਉਹਦੇ ਰਾਹੀਂ ਆਪਾਂ ਨੇ ਉਸੇ ਵਿਧੀ ਨੂੰ ਕੰਟੀਨਿਊ ਜਾਰੀ ਰੱਖਣਾ ਹੁੰਦਾ ਹੈ। ਜਿਵੇਂ ਕਿ ਆਪਾਂ ਫਸਟ ਟਾਈਮ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਏ, ਸਾਨੂੰ ਗਿਆਨ ਦ੍ਰਿੜ ਕਰਾਇਆ ਗਿਆ, ਤੇ ਸਭ ਤੋਂ ਪਹਿਲੀ ਅਵਸਥਾ ਕੀ ਭਰੋਸਾ, ਸੈਕਿੰਡ ਕਿ ਸਾਨੂੰ ਸੁਣਨਾ ਆਉਣਾ ਚਾਹੀਏ। ਜੇ ਸਾਡਾ ਮਨ ਸੁਣ ਹੀ ਨਹੀਂ ਰਿਹਾ ਤੇ ਫਿਰ ਉਹਨੂੰ ਹਿਰਦੇ 'ਚ ਨਹੀਂ ਫਸਾ ਸਕਦਾ। ਫਿਰ ਉਸ ਤੋਂ ਬਾਅਦ ਉਹ ਸਾਨੂੰ ਸੋਝੀ ਦੇਣੇ ਕਿ ਸੁਣਨੇ ਦੇ ਸਾਥ ਸਾਥ ਫਿਰ ਅਗਲੀ ਵਿਧੀ ਹੁੰਦੀ ਹੈ, ਉਹ ਧਿਆਨ ਵਾਲੀ ਵਿਧੀ ਹੈ ਵਾਹਿਗੁਰੂ। ਜਿਵੇਂ ਕਿ ਸਾਨੂੰ ਗੁਰਮੰਤਰ ਦ੍ਰਿੜ ਕਰਾਇਆ ਜਾਂਦਾ ਹੈ, ਤੇ ਉਹ ਸਾਨੂੰ ਸੋਝੀ ਦੇਣੇ ਕਿ ਵੀ ਪਹਿਲਾਂ ਸੁਣੋ, ਸੁਣ ਕੇ ਉਹਦੇ ਵਿੱਚ ਧਿਆਨ ਰੱਖੋ ਕਿ ਵੀ ਇਹ ਤਾਂ ਕਿ ਜਿਵੇਂ ਕਿ ਬੱਚੇ ਦਾ ਧਿਆਨ ਪਰਲੋਕ ਤੇ ਹਟ ਕੇ ਲੋਕ ਵਾਲੀ ਆਵਾਜ਼ ਦੇ ਵਿੱਚ ਕੈਚ ਹੋਣ ਲੱਗਦਾ ਹੈ। ਕਿਉਂ? ਕਿਉਂਕਿ ਉਹ ਉਹਦੇ ਵਿੱਚ ਆਪਣਾ ਧਿਆਨ ਰੱਖਦਾ ਕਿ ਇਹ ਕੀ ਕਹਿ ਰਹੇ ਹਨ। ਭਾਵੇਂ ਉਹਨੂੰ ਗਿਆਨ ਨਹੀਂ ਹੈ, ਵਰਡਾਂ ਦਾ ਗਿਆਨ ਨਹੀਂ ਹੈ, ਇੱਧਰ ਦੀ ਭਾਸ਼ਾ ਦਾ ਗਿਆਨ ਨਹੀਂ ਹੈ, ਲੇਕਿਨ ਜੋ ਮੇਨ क्रिया ਹੁੰਦੀ ਹੈ ਉਹ ਹੈ ਸੁਣਨਾ। इसी करके सानू भी की सिखाया गया कि भी सुनो पहले, ताकि साड़ा जो ध्यान है वो विचारा तो हटके सिर्फ और सिर्फ उस धुंधे विच रखा जाए, ताकि आपा सुनना सीख जाए। जब आप ਉਹਨੂੰ ਸੁਣਨਾ ਸਿੱਖ ਜਾਂਦੇ ਹੈ ਤੇ ਆਪਾਂ ਦਾ ਜੋ ਕਨੈਕਸ਼ਨ ਹੈ ਉਹ ਵਿਚਾਰਾਂ ਤੋਂ ਕੱਟਣਾ ਸ਼ੁਰੂ ਹੋ ਜਾਂਦਾ। ਜਿਵੇਂ ਕਿ ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਸੋਝੀ ਦੀ ਗਈ ਹੈ, ਵਿਚਾਰ ਮਾਰੇ ਤਰੇ ਤਾਰੇ ਉਲਟ ਜੋ ਨਹੀਂ ਆਵੇ। ਇसी तरीके ਦੇ जैसे कि ਆਪਾਂ ਪਰਲੋਕ ਦੇ ਵਿੱਚ ਤੇ ਆਪਣੇ ਲੋਕ ਦੀ ਭਾਸ਼ਾ ਨੂੰ ਸੁਣ ਸੁਣ ਕੇ ਉਧਰ ਤੇ ਆਪਣਾ ਕਨੈਕਸ਼ਨ ਕੱਟ ਲਿਆ। ਇसी तरीके ਦੇ ਹੁਣ ਸਾਨੇ ਅਸ ਵਾਹਿਗੁਰੂ ਗੁਰਮੰਤਰ ਦੀ ਧੁਨ ਨੂੰ ਸੁਣ ਕੇ अपना एन विचारा तो अपना हमेशा हमेशा दे लिए कनेक्शन कटना, ताकि आप सहज दे विच चौथे पद दे विच अपनी सुरती जाके आसन बंद लैवे। उस तो बाद भी सुनने की क्रिया हुंदी है, उत्थे सानू उस अकाल पुरख परमात्मा दे मुख दी आवाज वो नाम साड़ी झोली दे विच अकाल पुरख परमात्मा पा देने हैं। फिर आपा ने उन्हां दी भी सुन सुन के ही सेवा करनी हुंदी है। जिवें कि सानू सोझी भी दी गई कि सुन सुन के हृदय च बसाओ। जब तक हृदय च नहीं बसाते तब तक अगला खेल शुरू नहीं होना। इसी तरीके दे जैसे कि बच्चा अगर जो असी उन्होंने ज्ञान दृढ़ कराने हैं, अगर वो उन्होंने ਹਿਰਦੇ 'ਚ ਨਾ ਵਸਾਵੇ, ਇੱਕ ਇੱਕ ਬਾਤ ਨੂੰ ਅਸੀਂ ਉਹਨੂੰ ਇੱਕ ਇੱਕ ਵਾਰ ਨਹੀਂ 10-10 20-20 ਵਾਰ 100-100 ਵਾਰ ਵੀ ਦ੍ਰਿੜ ਕਰਾਨੇ ਕਿ ਇਹ ਨਹੀਂ ਕਹਿਣਾ ਆ ਕਹਿਣਾ ਹੈ, ਆ ਨਹੀਂ ਬੋਲਣਾ ਆ ਕਹਿਣਾ। ਆਪਾਂ ਉਹਨੂੰ ਗਿਆਨ ਦ੍ਰਿੜ ਕਰਾਨੇ ਲੋਕ ਦਾ। इसी तरीके से सानू गुरु ग्रंथ साहब महाराज ज्ञान दृढ़ कराने परलोक दा। आप जब तक उस तो मन नू नहीं मना लेंदे, जब तक कि अपना मन पूरा नहीं मन जाता, जे साड़ा मन नहीं मनना ते वाहिगुरु फिर अगली खेल नहीं बननी। क्योंकि असी तो संका दे विच बैठे रहेंगे कि आ आई चीज है या कुछ होर है, इनू आई कहना है या कुछ होर कहना। जिवें कि बच्चा ही तरक्की करता रहे बच्चा दुनिया दे विच कि मैं किवें मन लवां मेरे डैडी है, डैडी कहना है या कुछ होर कहना है, मैं कैसा मन लवां, या मतलब कोई भी उदाहरण आप दे रहे हैं। ते जे वो तरक्की करता रहूगा ते वाहिगुरु वो कदी संसार दे विच खेल नहीं सकता। उन्होंने मनना पड़ूगा, जब वो मनूगा ते फिर वो खेलूगा। और जैसे वो मन के शुरुआत करूगा ते फिर समय के साथ साथ उन्होंने आप ही सोची आ जाऊगी कि इनू डैडी क्यों बोला, इन्होंने मम्मा क्यों बोला,
ਜਾਂ ਇਹਨੂੰ ਮਤਲਬ ਜੋ ਵੀ ਵਸਤੂਆਂ ਹੈ ਇਹਨੂੰ ਆ ਕਿਉਂ ਬੋਲਾ, ਕਿਉਂਕਿ ਉਹਦਾ ਜਦ ਮਨ ਮੰਨ ਜਾਊਗਾ ਉਹ ਉਹਨਾਂ ਦੇ ਸਾਥ ਵਿਚਰੂਗਾ ਤੇ ਉਹਨਾਂ ਦੀ ਸੋਝੀ ਉਹਨੂੰ ਆਪਣੇ ਆਪ ਆਣੀ ਸ਼ੁਰੂ ਹੋ ਜਾਊਗੀ, ਆਪਣੇ ਆਪ ਉਹਨੂੰ ਕਿਸੇ ਨੂੰ ਬਤਾਣੇ ਦੀ ਲੋੜ ਨਹੀਂ ਹੈ। ਇसी तरीके से साने मन ਨੂੰ ਆਪਣੇ ਨੂੰ ਮਨਾ ਕੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਹਿਲਾਂ ਤਾਂ ਭਰੋਸਾ ਹੀ ਕਰਨਾ ਪੜੂ, ਕਿਉਂਕਿ ਆਪਣੇ ਪਾਸ ਇਤਨੀ ਵਿਵੇਕ ਬੁੱਧੀ ਨਹੀਂ ਕਿ ਆਪਾਂ ਸ਼ੁਰੂ ਦੇ ਵਿੱਚ ਹੀ ਬੈਠ ਕੇ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਤਰਕ ਵਿਤਰਕ ਕਰ ਲੈਣਾ, ਨਹੀਂ। ਉਹਨੂੰ ਸਾਨੇ ਗੁਰਬਾਣੀ ਗੁਰੂ ਨੂੰ ਭरोसा करके मन के उस पर चलना है, फिर देखना है कि गुरबाणी गुरु जो कह रहे हैं वो कैसे कैसे किस अवस्था में जाके सही तरीके से वो चीज ठीक है, या सही तरीके से वो प्रैक्टिकल कौन सी अवस्था ਦੇ ਵਿੱਚ ਜਾ ਕੇ वो है जो गुरबाणी गुरु कह रहे हैं। लेकिन ਉਹਦੇ ਲਈ ਹੀ ਸਾਨੂੰ ਆਪਣੇ ਮਨ ਨੂੰ ਸਭ ਤੋਂ ਪਹਿਲਾਂ ਮਨਾਣਾ ਪੜੂਗਾ। ਫਿਰ ਉਸ ਤੋਂ ਬਾਅਦ ਕੀ ਹੁੰਦਾ ਹੈ, ਫਿਰ ਕਹਿੰਦੇ ਵੀ ਪਹਿਲਾਂ ਸੁਣਨਾ ਸਿੱਖੋ, ਨਾਮ ਨੂੰ ਸੁਣ ਸੁਣ ਕੇ ਹਿਰਦੇ 'ਚ ਬਸਾਓ। जब पूर्ण तरीके से साढ़े हृदय ਦੇ ਵਿੱਚ बस गया, जैसे कि साढ़े हृदय 'ਚ ਹੁਣ ਤੱਕ ਜੋ ਬਸਾ ਹੋਇਆ ਹੈ वो ਲੋਕ ਦਾ ਗਿਆਨ ਬਸਾ ਹੋਇਆ ਹੈ। ਹੁਣ ਲੋਕ ਦੇ ਗਿਆਨ ਨੂੰ ਨਿਕਾਲ ਕੇ ਅਕਾਲ ਪੁਰਖ ਪ੍ਰਮਾਤਮਾ ਜੀ ਦਾ ਗੁਰਮੰਤਰ, ਅਕਾਲ ਪੁਰਖ ਪ੍ਰਮਾਤਮਾ ਦਾ ਨਾਮ ਇਹਦੇ ਵਿੱਚ ਬਸਾਣਾ ਹੁੰਦਾ ਹੈ। ਜਦ ਆਪਾਂ ਉਹਨੂੰ ਵਸਾ ਲੈਂਗੇ ਤੇ ਆਪਣਾ ਜੋ ਕਨੈਕਸ਼ਨ ਹੈ ਉਹ ਪਰਲੋਕ ਤੇ ਕੱਟ ਜਾਊਗਾ। ਉਸ ਤੋਂ ਬਾਅਦ ਉਹ ਕਹਿੰਦੇ ਵੀ ਨਾਮ ਨੂੰ ਸੁਣ ਸੁਣ ਕੇ ਅਗਲੀ ਅਵਸਥਾ ਆਉਂਦੀ ਹੈ ਧਿਆਨ ਵਾਲੀ, ਜਿਵੇਂ ਕਿ ਬੱਚਾ ਆਵਾਜ਼ ਨੂੰ ਸੁਣ ਸੁਣ ਕੇ ਦੇਖਣਾ ਵੀ ਸਿੱਖਦਾ ਹੈ। इसी तरीके से साने भी अगला सानू पॉइंट गुरुमुख गुरु ग्रंथ साहब महाराज जी की बाणी दे राही दृढ़ करानी है ध्यान वाला। जब नाम नू सुन के असी हृदय च बसा लिया, साढ़े संके खत्म हो गए, मन पूर्ण तरह मन गया, ते फिर सानू ध्यान वाली अवस्था सिखाई जाती है कि इस तरीके से देखना भी सीखो। फिर ਆਪਾਂ 1 दिन 2 दिन 3 दिन ਜੇ ਆਪਾਂ ਉਹ ਅਵਸਥਾ ਨੂੰ ਵੀ ਕਵਰ ਕਰਨਾ ਸ਼ੁਰੂ ਕਰਦੇ ਹਾਂ, ਉਸ ਤੋਂ ਚੱਲਣਾ ਸ਼ੁਰੂ ਕਰਦੇ ਹਾਂ, ਆਪਣੇ ਮਨ ਨੂੰ ਮਨਾਉਂਦੇ ਹਾਂ। ਸਭ ਤੋਂ ਮੇਨ ਚੀਜ਼ ਹੈ ਮਨ ਨੂੰ ਮਨਾਣਾ। ਕਬੀਰ ਦਾਸ ਜੀ ਨੇ ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਸੋਝੀ ਦੀ, ਕਹੋ ਕਬੀਰ ਮਨ ਮਾਨਿਆ ਤੋ ਹਰ ਜਾਣਿਆ। ਔਰ ਨਾਮ ਦੇ ਰਾਹੀਂ ਵੀ ਸਾਨੂੰ ਗੁਰਬਾਣੀ ਗੁਰੂ ਦੇ ਵਿੱਚ ਸੋਝੀ ਦੀ ਗਈ ਹੈ, ਕਹਿੰਦੇ ਤ੍ਰਹਿ ਲੋਕਾਂ ਮੈਂ ਸ਼ਬਦ ਰਵਿਆ ਹੈ, ਆਪ ਗਿਆ ਮਨ ਮਾਨਿਆ। जब तक साड़ा आपा खत्म नहीं होता, जब तक साड़ा मन नहीं मनना कि जे साड़ा अपना आपा अपने विच रहूगा ते होमे दा रोग साड़े विच रहूगा। ते गुरबाणी गुरु दे विच सानू सोझी दी गई है, होमे नाम नाल विरोध है, दोए ना वसै इक ठाए। कि जे साड़े विच होमे दा रोग रहूगा ते वाहिगुरु नाम ने कदी हिरदे च नहीं वसना, क्योंकि आपस दे विच इन दोनों दा विरोध है कि जिथे नाम रहूगा उत्थे होमे नहीं रहनी, जिथे होमे रहू उत्थे नाम ने नहीं वसना। तो इस करके साने पूर्ण तरीके ते वाहिगुरु ते भरोसा करके, गुरबाणी गुरु ते पूर्ण भरोसा करके उन्होंने कमाना हुंदा है प्रेम दे राही। कोई हथ पैर दी मेहनत नहीं हुंदी, वाहिगुरु सिर्फ और सिर्फ प्रेम दे राही, पूर्ण भरोसे दे राही साने गुरबाणी गुरु नू कमाना हुंदा। भावें अपनी इतनी विवेक बुद्धि नहीं है, लेकिन फिर भी गुरबाणी गुरु जो सानू गुरु सहबान भक्तजन जो सानू सोझी दे रहे हैं उन्होंने, क्योंकि साड़ी बुद्धि उन्होंने सामने बहुत तुच्छ है, ते इस करके सानू मन लेने च ही फायदा है, क्योंकि जब साड़ी अवस्था आऊगी ते आप ही रिजल्ट क्लियर हो जाऊगा कि हाँ। लेकिन साने मन के उन्हों का सत्कार करके उस तो चलने की अपनी इच्छा जाहिर करनी होंदी है उन्होंने अगे, क्योंकि साड़ी मत बहुत थोड़ी है। बेनती करनी होंदी है अकाल पुरख परमात्मा नू कि असी आप नहीं चल सकते, तुसी आप चलाओ। लेकिन असी जो तुसी कहंदे हो उन्होंने असी सत सत करके मनदे हैं, लेकिन सानू आप नहीं चलना आंदा, थाने सानू चलाना है। फिर खेल शुरू होंदा, जिवें कि सानू संसार दे विच बच्चे नू अपने परिवार वाले चलाते हैं, ते अपने परिवार ही है जो गुरु साहबान है भक्तजन है, ये अपना परिवार है। गुरुवाणी अकाल पुरख परमात्मा की तरफ अपने आप नू ले जाने दे लियो। जैसे कि बच्चे नू संसार दे विच विचरने दे लियो, जिस फैमिली दे विच वो आया हुंदा है उहदे फैमिली दे लोग ही उन्नू मतलब कि सिखाने हैं, लोक दा ज्ञान दृढ़ कराने हैं। फिर वो बच्चा मन नू मनांदा है और एक दिन वो भी उन्हां दी तरियों खेलना शुरू कर दिंदा है। जिवें आपां ए प्रैक्टिकल तां आपां सारे ही देखदे हैं। इसी तरीके दे हुण जो साडा परिवार है, गुरमत दा जो साडा परिवार है, ये गुरु साहबान जी भक्तजन ये सानू सोझी दे दे के इन्हां ने साड़ी बाह नू फड़ के अकाल पुरख परमात्मा जी दे सन्मुख करना है। लेकिन आपां ने इन्हां ते पूर्ण भरोसा करके इन्हां दी बात नू, इन्हां दी गुरबाणी गुरु जो सानू सोझी देने हैं उस तो पूर्ण भरोसा करके बस चलते रहना है।
ਜਿਵੇਂ ਜਿਵੇਂ ਇਹ ਸਾਨੂੰ ਕਰਨੇ ਨੂੰ ਕਹਿ ਰਹੇ ਹੈ ਉਹੀ ਕਰਦੇ ਰਹਿਣਾ ਹੈ। ਤਰਕ ਵਿਤਰਕ ਬਿਲकुल नहीं करना, मतलब बाहर जुबान तो तर्क वितर्क नहीं करना, तर्क करना है अपने मन पे। ਔਰ ਉਸ ਤੋਂ ਬਾਅਦ ਵਾਹਿਗੁਰੂ ਸਾਨੂੰ ਜਦ ਧਿਆਨ ਦੀ ਅਵਸਥਾ ਸਿਖਾਈ ਜਾਂਦੀ ਹੈ ਤੇ ਉਸ ਦੇ ਬਾਅਦ ਸਾਨੂੰ ਕੀ ਬੋਲਾ ਜਾਂਦਾ ਹੈ, ਕਹਿੰਦੇ ਵੀ ਆਪਣੀ ਸਹਿਜ ਧੁਨ ਦੇ ਵਿੱਚ ਧਿਆਨ ਰੱਖਦੇ ਹੋਏ ਦੇਖੋ, ਅੱਗੇ ਦੇਖੋ ਇਸ ਸਪੇਸ ਦੇ ਵਿੱਚ। ਧਿਆਨ ਕਿੱਥੇ ਰੱਖਣਾ ਹੈ? ਆਵਾਜ਼ ਦੇ ਵਿੱਚ। ਤੇ ਬੱਚਾ ਵੀ ਕਿੱਥੇ ਧਿਆਨ ਰੱਖਦਾ ਹੈ? ਆਵਾਜ਼ ਦੇ ਵਿੱਚ। ਇਹ ਪ੍ਰੈਕਟੀਕਲੀ ਕੋਸ਼ਿਸ਼ ਕਰ ਰਹੇ ਹਾਂ ਵਾਹਿਗੁਰੂ ਸਮਝਾਣੇ ਦੀ, ਤਾਂ ਕਿ ਸਾਰਿਆਂ ਨੂੰ ਹੀ ਇਸ ਚੀਜ਼ ਦੀ ਸਮਝ ਲੱਗ ਸਕੇ। बच्चा किस चीज का ध्यान रखता? आवाज दे विच किधर ते आवाज आ रही है, और उसी तरफ वो अपनी जो अखा है, ज्ञान इंद्रिय रूपी अखा है, उन्होंने उस तरफ टिका देता है और देखी जाता है कि आवाज किथे तो आ रही है। भावे ਉਹਨੂੰ ਗਿਆਨ नहीं है कि जो सामने खड़ा है वो कौन है, लेकिन वो ਉਹਦਾ ਇੱਕ ਸਕਰੀਨਸ਼ਾਟ ਆਪਣੇ ਹਿਰਦੇ ਦੇ ਵਿੱਚ ਲੈ ਲੈਂਦਾ ਹੈ ਕਿ ਆ ਬੋਲ ਰਿਹਾ ਹੈ, ਤੇ ਉਹ ਫਿਰ ਉਹਨੂੰ ਉਸ ਤੋਂ ਕਨੈਕਟ ਹੋਣਾ ਸ਼ੁਰੂ ਹੋ ਜਾਂਦਾ ਹੌਲੀ ਹੌਲੀ। ਫਿਰ ਜਿੱਧਰ ਤੇ ਆਵਾਜ਼ ਲਗਾਊਗਾ ਉਹ ਆਕਾਰ ਦੇ ਰਾਹੀਂ ਅੱਖਾਂ ਦਾ ਵੀ ਪ੍ਰਯੋਗ ਕਰਨਾ ਸਿੱਖ ਜਾਂਦਾ, ਘੁਮਾਨ ਵੀ ਲੱਗਦਾ ਅੱਖਾਂ ਨੂੰ। ਮਤਲਬ ਗਿਆਨ ਇੰਦਰੀਆਂ ਦਾ ਪ੍ਰਯੋਗ ਕਰਨਾ, ਸੁਣਨਾ ਵੀ, ਕੰਨ ਵੀ ਗਿਆਨ ਇੰਦਰੀਆਂ, ਇਹਦਾ ਵੀ ਪ੍ਰਯੋਗ ਕਰਨਾ ਸਿੱਖ ਗਿਆ, ਅੱਖਾਂ ਦਾ ਵੀ ਪ੍ਰਯੋਗ ਕਰਨਾ ਸਿੱਖ ਗਿਆ। ਤੇ ਸਾਨੂੰ ਵੀ ਕੀ ਗੁਰਮੁਖ ਕੀ ਸਿਖਾਉਂਦੇ ਹੈ ਕਿ ਕੰਨਾਂ ਦਾ ਪ੍ਰਯੋਗ, ਕੰਨਾਂ ਦੇ ਵਿੱਚ ਜੋ ਆਵਾਜ਼ ਸੁਣ ਰਹੀ ਹੈ, ਕਿ ਮਾਲਿਕ ਨੇ ਜੋ ਸਾਡੇ ਇਹ ਕੰਨ ਲਗਾਏ ਹੈ ਪਰਮਾਤਮਾ ਦੀ ਆਵਾਜ਼ ਸੁਣਨ ਨੂੰ ਲਗਾਏ ਹੈ। ਆਨੰਦ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਸਾਨੂੰ ਸੋਝੀ ਦੀ ਗਈ ਹੈ। और ये नेत्र जो दिए हैं ये मालिक को देखने के लिए दिए हैं। कहने ए नेत्रो मेरियो वाहिगुरु हर तुम में जोत धरी हर बिन अवर ना देखो कोई। के सानू जो इन्हां दा प्रयोग मालिक ने दिया है वो अकाल पुरख परमात्मा दे दर्शन करने के लिए दिया है। आपने अपना जो मालिक ने खेल जो बनाया बस इतना बनाया कि आपनू सुन ते ध्यान अपना हट के अपना ध्यान माया तो जुड़ गया, आकारा तो जुड़ गया, ते आपा मालिक तो अपने आप ते दूर जानन लगे कि पता नहीं मालिक किथे है। लेकिन आकार ते और अपनी बॉडी दे विच दी जो दूरी है उहदे विच ही मालिक बैठा हुंदा है, बैठा है हुण। ਤੇ ਇਸ ਕਰਕੇ ਫਿਰ ਸਾਨੂੰ ਧਿਆਨ ਦੀ ਅਵਸਥਾ ਸਿਖਾਈ ਜਾਂਦੀ ਹੈ ਕਿ ਗੁਰਮੰਤਰ ਜੋ ਕੰਨਾਂ ਦੇ ਵਿੱਚ ਵਾਹਿਗੁਰੂ ਆਵਾਜ਼ ਸੁਣ ਰਹੀ ਹੈ, ਸਹਿਜ ਧੁਨ ਸੁਣ ਰਹੀ ਹੈ, ਮਾਲਿਕ ਦੀ ਆਵਾਜ਼ ਸੁਣ ਰਹੀ ਹੈ, ਉਹਨੂੰ ਸੁਣ ਸੁਣ ਕੇ ਆਪਣੇ ਧਿਆਨ ਨੂੰ ਦੇਖਣਾ ਹੈ, ਟਿਕਾਣਾ ਹੈ। ਉਸ ਤੋਂ ਬਾਅਦ ਵਾਹਿਗੁਰੂ ਇੱਕ ਟਾਈਮ ਆਉਂਦਾ ਹੈ ਕਿ ਜੋ ਆਵਾਜ਼ ਆ ਰਹੀ ਹੈ, ਜਿਵੇਂ ਕਿ ਸਾਨੇ ਕਿਸੇ ਤੇ ਕੁਝ ਬੋਲਾ, ਬੱਚਾ ਕੀ ਦੇਖਦਾ ਹੈ ਕਿ ਕਿਹਦੇ ਮੁਖ ਤੇ ਆਵਾਜ਼ ਆ ਰਹੀ ਹੈ, ਸਾਹਮਣੇ ਤੇ। जैसे कि कोई उधर सामने खड़ा है और उधर मुख से आवाज निकल रही है, तो वो आवाज दे राही उस तक पहुंचता है। पूरी जो दृष्टि है, उधर जो सुरती है उस बंदे तक जो सामने बोल रहा है उदी आवाज दे राही पहुंचती है कि ए किधर ते आवाज आ रही है, कौन बोल रहा है। इसी तरीके से सानू भी गुरबाणी गुरु दे विच सोझी दी गई, तेरा मुख सुहावा जियो सहज धुन बाणी। ते सानू सोझी दी गई कि आवाज दे विच ध्यान रखो, आवाज किथे ते आ रही है, सुरती अपने आप उस तरफ चली जाओ, सिर्फ और सिर्फ आवाज दे विच ध्यान रखो। सुन दे विच मालिक बैठा है, सुन दे विच मालिक कथा कर रहा है, सुन दे विच ते वो आवाज आ रही है। जब आप आवाज दे विच ध्यान रखेंगे ते आवाज दे राही उहदे विच सुरत और शब्द दा जो मेल होगा वो उहदे विच, जिवें कि बच्चा अपना पूरा ध्यान आवाज दे विच रख देंदा। जब आवाज दे विच रखदा है ते उहदा जो ध्यान है वो उत्थे चला जाता जिथे ते वो आवाज निकल रही होती है। सामने कौन बंदा खड़ा है, कौन बोल रहा है, वो उस उन्होंने देखता है, फिर और देखी जाता है। इसी तरीके से आपा भी वो सोझी दे रहे हैं कि आवाज नू सुन के बस देखी जाओ कि वो आवाज किधर ते आ रही है, जिथे ते वो आवाज जा रही है, बस जिथे साने उस आवाज दे विच ध्यान रख दिया वो उहदे राही वो फिर साड़ी ड्यूटी नहीं रह जाती। वो जो आवाज सानू आ रही है वो अपनी आप ही उत्थे साड़ी सुरती नू ले जाती है जिथे ते वो आवाज आ रही है। ते सानू गुरबाणी गुरु दे विच की सोझी थी, कहने तेरा मुख सुहावा जियो सहज धुन बाणी, मालिक दे मुख तो वो आवाज आ रही है। ते साड़ा कनेक्शन फिर किथे हो जाऊगा, मालिक दे सन्मुख आपा हो जाएंगे। या आपा सरल तरीके ते वाहिगुरु कोशिश कीती है विचार नू खोलने की। तो इस तरीके नाल आपा ने परलोक दा ज्ञान दृढ़ करना है भरोसे दे साथ, पूर्ण भरोसे दे साथ। जिवें कि गुरबाणी गुरु दे विच सानू सोझी भी दी गई है, कहने सहसा ज्यो मलीन है कित धोता संजम जाए, मन धोहो शब्द लागो हर स्यों रहो चितलाए। कि जो सानू ये रो उन्हां दा रो लगा होया है, बार बार सानू संख्या आई जाने, कहने ए किस तरीके ते साढ़े ते मालिक दे विच जो दूरी बनी हुई है, जो विचारां दी मैल लगी हुई है, किस तरीके ते साड़ा मन तो दूर होगा, कैसे साफ होगा।
ਕਹਿੰਦੇ ਸ਼ਬਦ ਦੇ ਵਿੱਚ ਆਪਣੀ ਸੁਰਤ ਨੂੰ ਰੱਖੋ, ਧਿਆਨ ਰੱਖੋ, ਔਰ ਅਕਾਲ ਪੁਰਖ ਪਰਮਾਤਮਾ ਦਾ ਚਿੱਤ ਦੇ ਵਿੱਚ ਉਹਦਾ ਮਾਲਿਕ ਦਾ ਚੇਤਾ ਰੱਖੋ। ਤਾਂ ਅਸੀਂ ਨੋਰਮਲੀ, ਜਿਵੇਂ ਕਿ ਬੱਚਾ, ਵਾਹਿਗੁਰੂ ਇੱਕ ਨੋਰਮਲੀ ਆਪਾਂ ਉਦਾਹਰਣ ਦੇਖ ਲਓ, ਜਿਸ ਤਰੀਕੇ ਤੇ ਬੱਚਾ ਸੰਸਾਰ ਦੇ ਵਿੱਚ ਐਂਟਰ ਹੋਇਆ, ਉਨੀ ਵਿਧੀਆਂ ਦੇ ਦੁਆਰਾ ਆਪਾਂ ਮਾਲਿਕ ਦੇ ਘਰ ਐਂਟਰ ਹੋਣਗੇ, ਉਨੀ ਵਿਧੀਆਂ ਦੇ ਦੁਆਰਾ। ਬਸ ਬਰੀਕੀ ਚ ਦੇਖ ਲਓ, ਭਰੋਸਾ, ਸੁਣਨਾ, ਮੰਨਣਾ, ਔਰ ਉਸਦੇ ਬਾਅਦ ਧਿਆਨ ਦੀ ਅਵਸਥਾ। ਤੇ ਇਸ ਤਰੀਕੇ ਤੇ ਸਾਨੂੰ ਆਪਣੇ ਅਕਾਲ ਪੁਰਖ ਪਰਮਾਤਮਾ ਜੀ ਦੇ ਘਰ ਐਂਟਰ ਹੋਣਾ ਹੈ, ਔਰ ਉਸਦੇ ਲਈ ਸਭ ਤੋਂ ਮੇਨ ਚੀਜ਼ ਹੈ ਪ੍ਰੇਮ। ਸਾਨੂੰ ਮਾਲਿਕ ਤੋਂ, ਜਿਵੇਂ ਕਿ ਬੱਚਾ ਸੰਸਾਰ ਦਾ ਗਿਆਨ ਕਬ ਦ੍ਰਿੜ ਕਰਦਾ ਹੈ, ਦੋ ਹੀ ਤਰੀਕੇ ਹੁੰਦੇ ਵਾਹਿਗੁਰੂ। ਸਾਨੂੰ ਮਾਲਿਕ ਦੇ ਘਰ ਵਾਪਸ ਮੁੜਨ ਦੇ ਵੀ ਦੋ ਤਰੀਕੇ, ਜਾਂ ਤਾਂ ਸਾਡੇ ਵਿੱਚ ਇਤਨਾ ਭੈ ਆ ਜਾਵੇ, ਜਾਂ ਫਿਰ ਇਤਨਾ ਪ੍ਰੇਮ ਹੋ ਜਾਵੇ। ਦੋ ਤਰੀਕੇ ਹੈ ਮਾਲਿਕ ਦੇ ਘਰ ਵਾਪਸ ਮੁੜਨ ਦੇ। ਜਿਵੇਂ ਕਿ ਬੱਚਾ ਗਿਆਨ ਨੂੰ ਕਦ ਹਿਰਦੇ 'ਚ ਪਸੰਦ ਆ, ਉਹਨੂੰ ਪਿਆਰ ਦੇ ਰਾਹੀਂ ਸਮਝਾਇਆ ਜਾਂਦਾ, ਪਿਆਰ ਦੇ ਰਾਹੀਂ, ਧੱਕੇ ਨਾਲ ਨਹੀਂ, ਪਿਆਰ ਦੇ ਰਾਹੀਂ। ਸਾਨੂੰ ਪਤਾ ਬੱਚਾ ਇੱਕ ਵਾਰ ਉਹ ਨਹੀਂ ਵੀ ਮੰਨਦਾ, ਫਿਰ ਆਪਾਂ ਉਹਨੂੰ ਦੁਬਾਰਾ ਦ੍ਰਿੜ ਕਰਾਂਗੇ, ਉਹ ਬਹੁਤ ਹੀ ਪਿਆਰ ਤੇ ਆਪਾਂ ਉਹਨੂੰ ਦ੍ਰਿੜ ਕਰਾਂਗੇ, ਕਿਉਂਕਿ ਆਪਾਂ ਨੂੰ ਪਤਾ ਹੈ ਬੱਚਾ ਹੈ। ਇਸੀ ਤਰੀਕੇ ਦੇ ਸਾਡਾ ਮਨ ਜੋ ਹੈ ਉਹ ਬੱਚਾ ਹੈ, ਇਹਨੂੰ ਬਹੁਤ ਹੀ ਸਹਿਜ ਸੁਭਾਈ, ਬਹੁਤ ਹੀ ਧੱਕੇ ਨਾਲ ਨਹੀਂ, ਕਿਉਂਕਿ ਇਹ ਧੱਕੇ ਨਾਲ ਨਹੀਂ ਮੰਨਦਾ, ਇਹਨੂੰ ਬਹੁਤ ਹੀ ਸਹਿਜ ਸੁਭਾਈ ਪਿਆਰ ਤੇ ਦ੍ਰਿੜ ਕਰਾਉਣਾ ਹੁੰਦਾ ਹੈ। ਗਿਆਨ, ਗੁਰਬਾਣੀ, ਗੁਰੂ ਦਾ ਗਿਆਨ ਜੋ ਭਗਤ ਜਨ ਗੁਰੂ ਸਾਹਿਬਾਨ ਜੀ ਸਾਨੂੰ ਸੋਝੀ ਦੇ ਰਹੇ ਹੈ, ਇਹਨੂੰ ਬਹੁਤ ਹੀ ਸਤਿਕਾਰਯੋਗ, ਬਹੁਤ ਹੀ ਪਿਆਰ ਦੇ ਨਾਲ ਮਨਾਉਣਾ ਹੁੰਦਾ ਹੈ। ਜਿਵੇਂ ਜੋ ਬੱਚਾ ਪਿਆਰ ਦੇ ਨਾਲ ਨਹੀਂ ਮੰਨਦਾ, ਫਿਰ ਉਹਦੇ ਮਾਂ-ਬਾਪ ਉਸ ਤੋਂ ਭੈ, ਡਰਦੇ ਰਹੇ ਕਿ ਨਹੀਂ ਕਹਿੰਦਾ ਨੂੰ ਜੋ ਅਸੀਂ ਬੋਲ ਰਹੇ ਜਾਈ ਬੋਲ, ਬਾਰ-ਬਾਰ ਉਹਨੂੰ ਆਪਾਂ ਕਹਿੰਦੇ ਹੈ ਨਾ, ਭੈ। ਇਸ ਕਰਕੇ ਦੋ ਹੀ ਤਰੀਕੇ ਹੈ ਮਾਲਿਕ ਦੇ ਘਰ ਵਾਪਸ ਮੁੜਨ ਦੇ, ਜਾਂ ਤਾਂ ਸਾਡੇ ਹਿਰਦੇ ਦੇ ਵਿੱਚ ਜਮਾ ਦਾ, ਜਾਂ ਫਿਰ ਜੂਨੀਆਂ ਦਾ ਇਤਨਾ ਭੈ ਆ ਜਾਵੇ ਕਿ ਮੌਤ ਦਾ ਇਤਨਾ ਭੈ ਆ ਜਾਂਦਾ ਹੈ। ਦੋ ਤਰੀਕੇ ਹੈ, ਜਾਂ ਤਾਂ ਭੈ ਦੇ ਕਾਰਨ ਗੁਰਮੁਖ ਉੱਧਰ ਜੁੜਦੇ हैं, ਮਾਲਿਕ ਦੀ ਤਰਫ ਚੱਲਦੇ ਕਿ ਵਾਹਿਗੁਰੂ ਅਸੀਂ ਜੁਨਾਹ ਚ ਨਾ ਚਲੇ ਜਾਵੇ, ਵਾਹਿਗੁਰੂ ਕਿਤੇ ਅਸੀਂ ਜਮਾ ਦੇ ਕੋਲ ਨਾ ਚਲੇ ਜਾਵੇ, ਹੈ ਨਾ। ਤੋ ਜਾਂ ਭੈ ਹੁੰਦਾ। ਇੱਕ ਹੁੰਦਾ ਕਿ ਪ੍ਰੇਮ, ਵਾਹਿਗੁਰੂ ਤੈਨੂੰ ਦੇਖਣਾ ਹੈ, ਤੈਨੇ ਸਾਨੂੰ ਬਣਾਇਆ ਹੈ, ਉਹ ਪ੍ਰੇਮ। ਤੇ ਦੋ ਤਰੀਕੇ ਨਾਲ ਹੀ ਮਾਲਿਕ ਦੇ ਸਾਥ ਜੁੜਾਵ ਹੁੰਦਾ ਹੈ। ਹੁਣ ਆਪਾਂ ਨੇ ਦੇਖ ਲੈਣਾ ਹੈ ਕਿ ਸਾਡੇ ਹਿਰਦੇ ਦੇ ਵਿੱਚ ਮਾਲਿਕ ਦੇ ਲਈ ਪ੍ਰੇਮ ਹੈ ਜਾਂ ਫਿਰ ਭੈ ਹੈ। ਜੇ ਭੈ ਹੈ ਤਾਂ ਵੀ ਮਾਲਿਕ ਦੇ ਸਾਥ ਮਿਲਾਪ ਹੋ ਜਾਊਗਾ, ਜਾਂ ਫਿਰ ਅਗਰ ਪ੍ਰੇਮ ਹੈ ਤਾਂ ਵੀ ਮਾਲਿਕ ਦੇ ਸਾਥ ਪ੍ਰੇਮ ਹੋ ਜੂ, ਮਿਲਾਪ ਹੋ ਜਾਊਗਾ। ਤੇ ਹੁਣ ਸਾਨੇ ਕੋਸ਼ਿਸ਼ ਕਰਨੀ ਹੈ ਕਿ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਨੂੰ ਗਿਆਨ ਦ੍ਰਿੜ ਕਰਾ ਰਹੇ ਹੈ, ਇਹਨੂੰ ਵਾਹਿਗੁਰੂ ਜ਼ਿਆਦਾ ਤੋਂ ਜ਼ਿਆਦਾ ਆਪਣੇ ਮਨ ਪਰ ਪ੍ਰਪੱਕ ਕਰਨਾ, ਕਿਉਂਕਿ ਕਾਲ ਨੇ ਤਾਂ ਸਾਡੇ ਲਈ ਬਾਰ-ਬਾਰ ਜਾਲ ਵਿਛਾਣਾ ਹੀ ਹੈ, ਕਿਉਂਕਿ ਇਹਨੂੰ ਮਾਲਿਕ ਦੀ ਤਰਫ ਤੇ ਆ ਡਿਊਟੀ ਮਿਲੀ ਹੋਈ ਹੈ। ਇਸ ਕਰਕੇ ਸਾਨੇ ਕੀ ਕਰਨਾ ਹੁੰਦਾ ਹੈ, ਸਾਨੂੰ ਵੀ ਜੋ ਅਕਾਲ ਪੁਰਖ ਪਰਮਾਤਮਾ ਦੇ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਰਾਹੀਂ ਜੋ ਗਿਆਨ ਦ੍ਰਿੜ ਕਰਾਇਆ ਜਾ ਰਿਹਾ ਹੈ, ਉਹਦੇ ਰਾਹੀਂ ਇਹਦੇ ਸਾਥ ਖੇਲਣਾ ਹੈ। ਕਿਉਂਕਿ ਆਪਣੀ ਆਪ ਦੀ ਮਤ ਤਾਂ ਬਹੁਤ ਨੀਵੀਂ ਹੋ ਗਈ ਨਾ, ਬਹੁਤ ਛੋਟੀ ਹੋ ਗਈ, ਅਸੀਂ ਇਸ ਤੋਂ ਪੰਗਾ ਨਹੀਂ ਲੈ ਸਕਦੇ, ਕਿਉਂਕਿ ਆਪਾਂ ਖੁਦ ਇਹਦੇ ਸਾਥ ਇਤਨਾ ਬੜਾ ਸੰਗ ਬਣਾਏ ਹੋਏ ਹੈ, ਇਹਨੂੰ ਆਪਾਂ ਦੀ ਹਰ ਇੱਕ ਕਮਜ਼ੋਰੀ ਦਾ ਪਤਾ ਹੈ। ਤੇ ਇਸ ਕਰਕੇ ਹੁਣ ਆਪਾਂ ਨੂੰ ਜੋ ਆਪਣੀ ਹੈਲਪ ਲੈਣੀ ਹੈ, ਆਪਣਾ ਜੋ ਸਹਾਇਕ ਬਣਾਉਣਾ ਹੈ, ਉਹ ਗੁਰਬਾਣੀ ਗੁਰੂ ਨੂੰ ਬਣਾਉਣਾ ਹੈ, ਤਾਂ ਕਿ ਅਸੀਂ ਇਹਨਾਂ ਦੇ ਸਾਥ ਆਪਣੇ ਖੇਲ ਨੂੰ ਖੇਲ ਸਕੇ, ਇਹਨਾਂ ਤੋਂ ਆਪਣੇ ਖੇਲ ਨੂੰ ਖੇਲਦੇ ਹੋਏ ਇਹਨਾਂ ਤੇ ਆਪਣਾ ਬਚਾਵ ਕਰ ਸਕੇ, ਕਿਉਂਕਿ ਇਹਨਾਂ ਦੇ ਪਾਸ ਵੀ ਬਹੁਤ ਜ਼ਿਆਦਾ ਪਾਵਰ ਹੈ। ਮਹਾਬਲੀ ਇਹਨਾਂ ਨੂੰ ਗੁਰਬਾਣੀ ਗੁਰੂ ਦੇ ਵਿੱਚ ਬੋਲਾ ਗਿਆ ਹੈ। ਤੇ ਵਾਹਿਗੁਰੂ ਜਬ ਅਸੀਂ ਮਾਲਿਕ ਦੇ ਨਾਮ ਦੇ ਰਾਹੀਂ ਇਹਨਾਂ ਦੇ ਸਾਥ ਖੇਲेंगे, ਵਾਹਿਗੁਰੂ ਗੁਰਮੰਤਰ ਦੇ ਰਾਹੀਂ ਇਹਨਾਂ ਦੇ ਸਾਥ ਖੇਲेंगे, ਔਰ ਬਹੁਤ ਹੀ ਬਰੀਕੀ ਦੇ ਵਿੱਚ ਹਰ ਸਮੇਂ ਹੀ ਸਾਨੂੰ ਇਹ ਚੀਜ਼ ਦਾ ਧਿਆਨ ਰੱਖਣਾ ਹੁੰਦਾ ਹੈ, ਜਿਵੇਂ ਕਿ ਇਹ इतने ज्यादा होशियार है, ये ਅਸੀਂ ਪ੍ਰੈਕਟੀਕਲੀ ਵਿਚਾਰ ਕਰ ਰਹੇ ਹਾਂ ਕਿ ਇਹ ਇਤਨੇ ਜ਼ਿਆਦਾ ਹੋਸ਼ਿਆਰ ਹੈ ਕਿ ਅਸੀਂ ਜਿਸ ਅਵਸਥਾ ਦੇ ਵਿੱਚ ਇਹ ਵੀ ਸੁਖਮ ਹੈ ਔਰ ਸਾਡਾ ਮਨ ਵੀ ਸੁਖਮ ਹੈ, ਜਿੱਥੇ ਸਾਡਾ ਮਨ ਨਾ ਤੋਂ ਜਰਾ ਵੀ ਭੈਭੀਤ ਹੋਇਆ, ਇਹ ਉਹਨੂੰ ਕੰਟਰੋਲ ਕਰ ਲੈਂਦੇ। ਜੇ ਸਾਨੂੰ ਲਗਾ ਕਿ ਪਤਾ ਨਹੀਂ ਅਸੀਂ ਪ੍ਰਮਾਤਮਾ ਨੂੰ ਮਿਲ ਪਾਏਂਗੇ ਜਾਂ ਨਹੀਂ ਮਿਲ ਪਾਏਂਗੇ, ਫਿਰ ਇਹ ਬਸ ਉਸ ਇੱਕ ਵਿਚਾਰ ਨੂੰ 100 ਵਿਚਾਰਾਂ ਦੇ ਵਿੱਚ ਕਨਵਰਟ ਕਰ ਦੇਂਗੇ ਫਟਾਫਟ, ਔਰ ਸਾਡੇ ਮਨ ਨੂੰ ਫੇਰ ਉਹ ਜੋ ਹੈ ਬੰਧਨ ਦੇ ਵਿੱਚ ਉਲਝਾ ਦੇਂਗੇ। ਫਿਰ ਸਾਨੂੰ ਇੱਕ ਬੇਚੈਨੀ ਜਿਹੀ ਮਹਿਸੂਸ ਹੁੰਦੀ ਹੈ, ਫਿਰ ਸਾਨੂੰ ਲੱਗਦਾ ਜੀ ਕੀ ਕਰੇ ਹੁਣ ਕੀ ਕਰੇ। ਉਹ ਵਾਹਿਗੁਰੂ ਇਹ ਸੁਖਮ ਹੈ, ਔਰ ਇਹਨਾਂ ਨੂੰ
ਜੋ ਸਾਡਾ ਮਨ ਸੁਖਮ ਹੈ ਉਹਨੂੰ ਇਹ ਦੇਖ ਲੈਣੇ ਹੈ ਕਿ ਇਹ ਭੈਭੀਤ ਹੈ, ਐਸਾ ਤੋਂ ਭੈ ਖਾ ਰਿਹਾ ਹੈ, ਇਹ ਉਸ ਤੋਂ ਆਪਣਾ ਕੰਟਰੋਲ ਕਰਨਾ ਸ਼ੁਰੂ ਕਰ ਦਿੰਦੇ ਹੈ। ਇਹ ਸਾਨੇ ਗੁਰਮਤ ਦੇ ਰਾਹੀਂ ਨਾਮ ਨੂੰ ਜਪ ਜਪ ਕੇ, ਗੁਰਮੰਤਰ ਨੂੰ ਜਪ ਜਪ ਕੇ ਇੰਨਾ ਜ਼ਿਆਦਾ ਮਾਲਿਕ ਦਾ ਚੇਤਾ ਕਰਨਾ ਹੈ, ਇਤਨਾ ਜ਼ਿਆਦਾ ਪ੍ਰੇਮ ਮਾਲਿਕ ਨੂੰ ਕਰਨਾ ਹੈ ਤਾਂ ਕਿ ਸਾਡਾ ਮਨ ਨਿਰਭਉ ਪਦ ਤੇ ਪਹੁੰਚ ਜਾਵੇ। ਜਿਵੇਂ ਕਿ ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਸੋਝੀ ਦੀ ਗਈ ਹੈ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨੇ ਜਿਸ ਮਨ ਨੇ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ, ਜਿਹਦਾ ਗੁਣ ਹੈ ਨਿਰਭਉ, ਮਾਲਿਕ ਕਿਸੇ ਦੇ ਭੈ ਦੇ ਵਿੱਚ ਨਹੀਂ, ਤੇ ਜੋ ਮਨ ਬੱਚਾ ਉਸ ਅਕਾਲ ਪੁਰਖ ਪ੍ਰਮਾਤਮਾ ਨੂੰ ਦ੍ਰਿੜ ਕਰਨਾ, ਯਾਦ ਕਰਨਾ, ਉਹਦਾ ਚੇਤਾ ਕਰਨਾ ਸ਼ੁਰੂ ਕਰ ਦਿੰਦਾ ਹੈ ਤੇ ਉਹਦੇ ਵਿੱਚ ਵੀ ਉਹ ਗੁਣ ਆ ਜਾਂਦੇ ਹੈ। ਉਹ ਵੀ ਨਿਰਭਉ ਹੋ ਜਾਂਦਾ ਹੈ, ਉਹ ਵੀ ਇਹਨਾਂ ਦੀ ਮਾਰ ਤੋਂ ਨਹੀਂ ਡਰਦਾ, ਉਹ ਵੀ ਇਹਨਾਂ ਦੇ ਖੇਲ ਤੇ ਨਹੀਂ ਡਰਦਾ, ਭਾਵੇਂ ਇਹ ਉਹਨੂੰ ਕਿੰਨੇ ਹੀ ਤਰੀਕੇ ਦੇ ਡਰਾਵੇ ਦੀਏ ਜਾਵੇਂ ਕਿ ਅਸੀਂ ਐਸਾ ਕਰ ਦੇਂਗੇ, ਅਸੀਂ ਐਸਾ ਕਰ ਦੇਂਗੇ। ਸੁਖਮ ਦੇ ਵਿੱਚ ਹੁਣ ਅਸੀਂ ਕਹਿੰਦੇ ਕਿ ਜੀ ਇਹ ਕਬ ਕहेंगे ਕਿ ਇਸ ਤਰੀਕੇ ਦੇ ਕਿ ਅਸੀਂ ਐਸਾ ਕਰ ਦੇਂਗੇ, ਅਸੀਂ ਐਸਾ ਕਰ ਦੇਂਗੇ। ਵਾਹਿਗੁਰੂ ਇਹ ਸਾਨੂੰ ਵਿਚਾਰਾਂ ਦੇ ਰਾਹੀਂ ਬੋਲਦੇ ਹੈ। ਆਪਾਂ ਸਾਰਿਆਂ ਨੂੰ ਇਹ ਚੀਜ਼ ਫੀਲ ਹੁੰਦੀ ਹੋਗੀ, ਜਿਵੇਂ ਕਿ ਫੈਮਿਲੀ ਦੇ ਵਿੱਚ ਕੋਈ ਵਿਘਨ ਪਾ ਦੇਂਗੇ, ਜਿਵੇਂ ਕਿ ਕੋਈ ਬੋਡੀ ਦੇ ਵਿੱਚ ਕੋਈ ਇਹੋ ਜਿਹਾ ਪ੍ਰੋਬਲਮ ਕਰ ਦੇਂਗੇ, ਕੋਈ ਰੋਗ ਦੇ ਦੇਂਗੇ, ਪੈਸੇ ਦੇ ਵਿੱਚ ਤੋਟਾ ਕਰ ਦੇਂਗੇ, ਜੋ ਕੰਮ ਬਣਨੇ ਵਾਲਾ ਹੋਊਗਾ ਉਹਨੂੰ ਵਿਗਾੜ ਦੇਂਗੇ, ਜਿਵੇਂ ਕਿ ਇਹਨਾਂ ਨੇ ਆਪਣੀ ਸ਼ਰਾਰਤਾਂ ਕਰਨੀਆਂ ਹੈ। क्यों? क्योंकि जो सारा चित्त है वो माया के साथ बंधा होया है, ताकि इन्हां जो चित्त है वो मालिक की तरफ है जोड़ने की कोशिश कर रहे हैं, ते वो टुट के और फिर इन्हों दर्द हो, दुख हो, और फिर ये मालिक की तरफ ना बढ़ के फिर अदर साड़ी पासे आके खेलने लगे, साड़ी फिकर करन लगे। ते जो फिकर दा जो भाव है, जो चिंता है, वो त्रै गुणा दे विच आंदी है। तो सोचो असी काल दे दायरे दे विच उतर गए। इस करके ये साढ़े साथ सुखम खेल खेलते हैं, सानू बेवकूफ बनाने की कोशिश करते हैं। ते साने गुरबाणी गुरु का सहारा लेंदे होए, गुरु साहिबाना जी का सहारा लेंदे होए पूर्ण ही भरोसे के साथ बैठे रहना है कि क्योंकि सानू गुरबाणी गुरु दे विच सोझी दी गई है कि जो साड़ा रिजक है, जो अकाल पुरख परमात्मा ने साड़े लिए रखा है, उन्हें कोई नहीं छीन सकता। ते ए कैसे छीन लेंगे? जिवें गुरबाणी गुरु दे विच सानू सोझी दी गई, कहने जल में नानक चिंता मत करो, चिंता किसी ही है, जल में जंतु पायन तिसह विरोधी दे। कि मालिक दा जो जल दे विच पत्थरां दे विच भी पैदा कर दिए, उन्होंने भी रिजक दे रहा है, ते फिर सानू चिंता करने की की जरूरत है? जो सानू मालिक ने देना है वो सानू मिलूगा। भावें आपां नू तां वो देखना है, लोग दा भावें आपां नू घट भी मिले, कोई नहीं, कुछ भी नहीं, क्योंकि आपां नू सदा वास्ते नहीं इत्थे रहना। आपां नू तां अपने अकाल पुरख परमात्मा दे घर ते जो दात मिल रही है, अमृत दी दात, अनमोल दात, जो ए पिछले 3 जुगां तो कंटिन्यू लुटी जा रहे हैं, ਉਹਦਾ ਭੇਦ ਆਪਾਂ ਨੂੰ ਲੈਣਾ ਹੈ, ਉਹਦਾ ਪਿੱਛਾ ਕਰਨਾ ਹੈ, ਉਸ ਨਾਮ ਦਾ ਪਿੱਛਾ ਕਰਨਾ ਹੈ, ਉਸ ਨਾਮ ਦੀ ਭਗਤੀ ਕਰਨੀ ਹੈ ਸੁਣ ਸੁਣ ਕੇ, ਜਿਹਦੇ ਰਾਹੀਂ ਸਾਨੂੰ ਪਰਮ ਗਤੀ ਮਿਲੇਗੀ। ਜਿਵੇਂ ਸਾਨੂੰ ਗੁਰਬਾਣੀ ਗੁਰੂ ਦੇ ਵਿੱਚ ਸੋਝੀ ਦੀ ਗਈ, ਕਹਿੰਦੇ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ। ਸਾਨੇ ਹੁਣ ਇਹਨਾਂ ਦੇ ਵਿੱਚ ਤੇ ਧਿਆਨ ਕੱਢ ਕੇ ਸਿਰਫ ਔਰ ਸਿਰਫ ਉਸ ਵਿਸ਼ੇ ਤੋਂ ਹੀ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਨਾ ਹੈ ਕਿ ਸਾਨੂੰ ਹੁਣ ਇਹਨਾਂ ਦੀ ਤਰਫ ਨੂੰ ਮੁੜ ਕੇ ਨਹੀਂ ਦੇਖਣਾ। ਸਾਨੇ ਆਪਣੇ ਘਰ ਦਾ ਅਸ ਜਨਮ ਦੇ ਵਿੱਚ ਹੀ ਪਤਾ ਕਰਨਾ ਹੈ ਕਿ ਆਪਾਂ ਕਿੱਥੇ ਤੇ ਆਏ ਹੈ, ਆਪਣਾ ਮੂਲ ਕੌਣ ਹੈ, ਆਪਾਂ ਕੌਣ ਹੈ, ਕੀ ਕਰਨੇ ਆਪਾਂ ਇੱਥੇ ਆਏ हैं। सारा ही ज्ञान गुरबाणी गुरु दे राही लेके और अपने घर वापस अस जन्म दे विच ही मुड़ जाना है। क्योंकि जे असी दोबारा जुन्ना दे विच आए ते वाहिगुरु कुछ नहीं पता कि सानू संपूर्ण गुरु ज्ञान दृढ़ कराने नू मिले, गुरमुख परसाए हुई गुरमुख सानू मिले या ना मिले, सानू कुछ नहीं पता। ਤੇ ਇਸ ਕਰਕੇ ਜੋ ਸਾਨੂੰ ਆ ਮੌਕਾ ਦਿਆ ਗਿਆ ਹੈ, ਇਹਦਾ ਆਪਾਂ ਅਗਰ ਲਾਹਾ ਖੱਟ ਲੈ ਤੇ ਆਪਾਂ ਨੂੰ ਵਾਰ-ਵਾਰ ਜਾਂ ਕਾਲ ਦੇ ਦਾਇਰੇ ਦੇ ਵਿੱਚ ਨਹੀਂ ਆਣਾ ਪੜੇਗਾ। ਸਦਾ ਵਾਸਤੇ ਹੀ ਅਸੀਂ ਮਾਲਿਕ ਦੇ ਘਰ ਅਮਰ ਪਦਵੀ ਤੋਂ ਚਲੇ ਜਾएंगे। लेकिन कब? क्योंकि जब ਆਪਾਂ ਇਹਨਾਂ ਤੋਂ ਡਰਨਾ ਬੰਦ ਕਰ ਦੇंगे, जब ਇਹਨਾਂ ਦੇ जो ਆਪਾਂ ਨੂੰ ਇਹ ਲਾਂਬੇ ਲਾਣੇ, जब ਆਪਾਂ ਨੂੰ बार-बार कोशिश करते हैं कभी किसी तरीके ਦੇ ਡਰਾਣੇ ਦੀ, कभी किसी तरीके ਦੇ ਸਾਨੂੰ ਫਸਾਣੇ ਦੀ, ਤੇ ਸਾਨੇ ਇਹਨਾਂ ਨੂੰ ਗੁਰਮਤਿ ਦੇ ਗਿਆਨ ਦੇ ਰਾਹੀਂ ਇਹਨਾਂ ਤੋਂ ਆਪਣੀ ਬਾਜੀ ਨੂੰ ਜੀਤਣਾ ਹੁੰਦਾ ਹੈ। ਜਿਵੇਂ ਕਿ ਹੁਣ ਏਦਾਂ ਸਾਨੂੰ ਪਤਾ ਵੀ ਨਹੀਂ ਲੱਗਦਾ ਕਿ ਇਹ ਵਰਤ ਗਏ, ਬਾਅਦ ਨੂੰ ਪਤਾ ਲੱਗਦਾ ਕਿ ਇਹ ਤਾਂ ਕਾਲ ਵਰਤ ਗਿਆ। जब ਅਸੀਂ ਗੁਰਬਾਣੀ ਗੁਰੂ ਦਾ ਗਿਆਨ, ਗੁਰਮਤਿ ਦਾ ਗਿਆਨ ਹਿਰਦੇ 'ਚ ਵਸਾਣਾ ਸ਼ੁਰੂ ਕਰ ਦੇਂਗੇ, ਫਿਰ ਸਾਨੂੰ ਸੋਝੀ ਆਣੀ ਸ਼ੁਰੂ ਹੋ ਜਾਊਗੀ। ਕਿਉਂ ਹੋ ਜਾਊਗੀ ਸੋਝੀ ਆਣੀ ਸ਼ੁਰੂ? ਕਿਉਂਕਿ ਆਪਾਂ ਨੂੰ ਅਕਥ ਦਾ ਗਿਆਨ ਦ੍ਰਿੜ ਕਰਾ ਰਹੇ हैं गुरु साहिबान।
ਔਰ ਭਗਤ ਜਨ। ਫਿਰ ਸਾਨੂੰ ਸੁਖਮ ਦਾ ਗਿਆਨ ਆਣਾ ਸ਼ੁਰੂ ਹੋ ਜਾਊਗਾ, ਕਿਉਂਕਿ ਇਹ ਜੋ ਸਾਡੇ ਸਾਥ ਵਿਵਹਾਰ ਕਰਦੇ ਹੈ ਦ੍ਰਿਸ਼ਟਮਾਨ ਦੇ ਵਿੱਚ ਆ ਕੇ ਨਹੀਂ ਕਰਦੇ, ਸੁਖਮ ਦੇ ਵਿੱਚ ਕਰਦੇ ਹੈ। ਹੁਣ ਆਪਣੀ ਕੀ ਅਵਸਥਾ ਹੋਈ ਹੈ ਕਿ ਆਪਾਂ ਨੂੰ ਜੋ ਹੈ ਦ੍ਰਿਸ਼ਟਮਾਨ ਗਿਆਨ ਤਾਂ ਹੈ ਲੇਕਿਨ ਸੁਖਮ ਗਿਆਨ ਨਹੀਂ ਹੈਗਾ, ਤੇ ਆਪਾਂ ਇਹਨਾਂ ਦੇ ਸਾਥ ਫੇਲ ਹੋ ਜਾਂਦੇ, ਆਪਾਂ ਇਹਨਾਂ ਦੀ ਪਕੜ ਨਹੀਂ ਕਰ ਪਾਉਂਦੇ। ਤੇ ਹੁਣ ਸਾਨੇ ਗੁਰਬਾਣੀ ਗੁਰੂ ਦੇ ਰਾਹੀਂ ਚੱਲ ਕੇ ਸੁਖਮ ਦਾ ਗਿਆਨ ਲੈਣਾ ਹੈ, ਕਿਉਂਕਿ ਆਪਾਂ ਸੁਖਮ ਹੈ ਨਾ, अपना जो मूल है वो भी सुखम है, आपा खुद भी सुखम है। ते असी जो भेद लै रखा है वो लै रखा दृष्टमान दा। हुण साने सुखम दा ज्ञान लेना है, सुखम रूप दे विच कोशिश करनी है, सुखम दे राही इन्हां नूं कैच करने दी अपने आप नूं। हुण असी इन्हां नूं सुखम दे विच तां कैच करेंगे जद अपने आप नूं सुखम मन्नेंगे। जे असी अपने आप नूं दृष्टमान मनदे रहेंगे ते असी दृष्टमान रूप दे विच ही दृष्टमान चीजां नूं ही कैच करदे रहेंगे। इस करके साने अपने आप नूं सुखम मन तू जोत स्वरूप है अपना मूल पछाण। कहते भी मन जोत स्वरूप है, ਉਹਦਾ ਕੋਈ ਰੂਪ ਰੰਗ ਰੇਖ ਵੇਖ ਨਹੀਂ ਹੈਗਾ ਜਿਵੇਂ ਮਾਲਿਕ ਦਾ ਨਹੀਂ ਹੈ। ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਸੋਝੀ ਦੀ ਗਈ ਕਿ ਰੂਪ ਨ ਰੰਗ ਨ ਰੇਖ ਕਿਛ ਤ੍ਰੈ ਗੁਣ ਤੇ ਪ੍ਰਭ ਭਿੰਨ ਤਿਸੈ 부ਝਾਏ ਨਾਨਕਾ ਜਿਸ ਹੋ ਸੋ ਪ੍ਰਸੰਨ। ਕਹਿੰਦੇ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਕੋਈ ਰੂਪ ਰੰਗ ਰੇਖ ਵੇਖ ਨਹੀਂ, ਤੇ ਜੋ ਉਹਦੀ ਔਲਾਦ ਹੈ ਸਾਡਾ ਸਰੀਰ ਦੇ ਵਿੱਚ ਜੋ ਪਾਇਆ ਹੋਇਆ ਹੈ ਮਨ ਬੱਚਾ, ਇਹਦਾ ਵੀ ਕੋਈ ਰੂਪ ਰੰਗ ਰੇਖ ਵੇਖ ਨਹੀਂ। ਹੁਣ ਆ ਸੁਖਮ ਖੇਲ ਦੀ ਸੋਝੀ ਸਾਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਦ੍ਰਿੜ ਕਰਦੇ ਹੋਏ ਸੁਖਮ ਦਾ ਗਿਆਨ ਬ੍ਰਹਮ ਦਾ ਗਿਆਨ ਲੈਣਾ ਹੈ। ਹੁਣ ਤੱਕ ਆਪਾਂ ਨੂੰ ਲੋਕ ਦਾ ਗਿਆਨ ਹੈ, ਮਾਇਆ ਦਾ ਗਿਆਨ ਹੈ, ਹੁਣ ਆਪਾਂ ਨੇ ਮਾਇਆ ਦੇ ਗਿਆਨ ਨੂੰ ਛੱਡ ਕੇ ਪਰਲੋਕ ਦਾ ਬ੍ਰਹਮ ਦਾ ਅਕਾਲ ਪੁਰਖ ਪ੍ਰਮਾਤਮਾ ਦਾ ਗਿਆਨ ਲੈਣਾ ਹੈ ਔਰ ਉਹਨੂੰ ਗੁਰਬਾਣੀ ਗੁਰੂ ਦੇ ਰਾਹੀਂ ਹਿਰਦੇ ਦੇ ਵਿੱਚ ਵਸਾਉਣਾ ਹੈ, ਤਾਂ ਕਿ ਆਪਾਂ पूर्ण तरीके ते इस माया तो अपने मन को वख करके और अपने घर सदा वास्ते सुखी हो सके, परम आनंद पा सके। जिस मौत तो सानू इतना भय लगता है कि पता नहीं असी कब मरेंगे, कैसे मरेंगे, सानू डर लगता है। आथे तक कि साड़ा मन इतना ज्यादा दुर्लभ, इतना ज्यादा कमजोर हो गया कि उन्हें मौत दे नाम भय इतना आ जाता है, वो कहता कि ना जी ना, मैं नहीं मरना चाहता। भावें वो जुबान तो कह देवे लेकिन ਉਹਦਾ मन नहीं कहता इस चीज ਨੂੰ। क्यों? क्योंकि ਉਹਨੂੰ मरना बहुत ही ज्यादा बुरा लगता है। ਉਹਨੂੰ लगता है कि मैं आज जो सारा पसारा मैंने अपना बनाया है, कमाया है, ਜਿਹਦੇ ਵਿੱਚ ਇੰਨਾ समय मैंने अपना लाया है, मेरा ਇੱਥੇ ਰਹਿ ਜਾਊਗਾ, नहीं मैं ਇਹਨੂੰ ਵਰਤਣਾ ਚਾਹੁੰਦਾ। ਤੇ वो उनने माया ਦੇ साथ ਇੰਨਾ ਪ੍ਰੇਮ ਪਾ ਲਿਆ। ਜਿਵੇਂ ਕਿ ਕਬੀਰਦਾਸ ਜੀ ਨੇ ਸਾਨੂੰ ਗੁਰਬਾਣੀ ਦੇ ਵਿੱਚ ਸੋਝੀ ਦੀ, ਕਹਿੰਦੇ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ। ਕਹਿੰਦੇ ਜਿਸ ਮਰਨੇ ਤੇ ਸੰਸਾਰ ਡਰਦਾ ਹੈ ਤੇ ਉਹਦੇ ਵਿੱਚ ਤਾਂ ਪਰਮ ਆਨੰਦ ਹੈ। परम आनंद कब है? क्योंकि जब असी विचारा दे राही अपने मन ਨੂੰ ਮਾਰ लेंगे, विचारों ਨੂੰ ਛੁੱਟ देंगे। कबीर गुरबाणी गुरु ਦੇ ਵਿੱਚ ਸਾਨੂੰ ਸੋਝੀ ਵੀ ਦੀ ਗਈ, ਉਹ ਕਹਿੰਦੇ ਐਸੀ ਮਰਨੀ ਜੋ ਮਰੇ ਬਹੁਰ ਨਾ ਮਰਨਾ ਹੋਏ। ਜੋ ਨਾਮ ਦੇ ਰਾਹੀਂ ਮਰ ਗਿਆ ਤੇ ਉਹ ਵਾਰ-ਵਾਰ ਨਹੀਂ ਮਰਾ, ਕਿਉਂਕਿ ਜੇ ਅਸੀਂ ਨਾਮ ਦੇ ਰਾਹੀਂ ਨਹੀਂ ਮਰੇ ਤੇ ਅਸੀਂ ਵਾਰ-ਵਾਰ ਜੋਨਾਂ ਦੇ ਵਿੱਚ ਆਈ ਜਾਏंगे, ਜਨਮ ਮਰਨ ਦੇ ਚੱਕਰ ਦੇ ਵਿੱਚ ਆਈ ਜਾਏंगे ਔਰ ਜਮਾਂ ਦੀ ਮਾਰ ਨੂੰ ਖਾਂਦੇ रहेंगे। ਇਸ ਕਰਕੇ ਜੇ ਆਪਾਂ ਨੇ ਨਾਮ ਨੂੰ ਹਿਰਦੇ 'ਚ ਵਸਾ ਲਿਆ, ਹੁਣ ਆਪਾਂ ਨੇ ਸੋਝੀ ਲੈ ਲਈ ਵਾਹਿਗੁਰੂ, ਬੜਾ ਹੀ ਈਜ਼ੀ ਆਪਾਂ ਨੇ ਕੋਸ਼ਿਸ਼ ਕਰੀ ਇਸ ਵਿਚਾਰ ਨੂੰ ਖੋਲਣੇ ਦੀ ਕਿ ਹਿਰਦੇ 'ਚ ਕੈਸੇ ਵਸਾਣਾ ਹੈ। ਹਿਰਦੇ 'ਚ ਵਸਾਣਾ ਹੁੰਦਾ ਹੈ ਸੁਣ ਕੇ, ਜਿਵੇਂ ਕਿ ਬੱਚੇ ਨੇ ਵਸਾਇਆ ਲੋਕ ਦਾ ਗਿਆਨ। ਇਸ ਕਰਕੇ ਹੀ ਸਾਨੇ ਉਹਨੂੰ ਸੁਣ ਕੇ, ਔਰ ਸੁਣਨਾ कैसे, दूसरी तरफ तो अपने ध्यान ਨੂੰ ਹਟਾਣਾ, ਜਿਵੇਂ ਕਿ ਬੱਚੇ ਨੇ ਉਧਰ ਤੇ ਹਟਾਇਆ ਔਰ ਸਾੜੀ ਆਵਾਜ਼ ਦੇ ਵਿੱਚ ਰੱਖਾ। ਇਸੇ ਤਰੀਕੇ ਤੇ ਹੁਣ ਸਾਨੇ ਇਹਨੂੰ ਵਿਚਾਰਾਂ ਦੀ ਨਾ ਸੁਣ ਕੇ ਇਹਨ ਦ੍ਰਿਸ਼ਟਮਾਨ ਜੋ ਸਾਨੂੰ ਇਹ ਸੁਖਮ ਦੇ ਵਿੱਚ ਔਰ ਦ੍ਰਿਸ਼ਟਮਾਨ ਰੂਪ ਦੇ ਵਿੱਚ ਸਾਡੇ ਸਾਥ ਧੱਕਾ ਕਰਦੇ ਇਹਨਾਂ ਤੋਂ ਆਪਣਾ ਧਿਆਨ ਹਟਾ ਕੇ पूर्ण तरीके से उस आवाज ਦੇ ਵਿੱਚ ਉਹਦਾ ਪਿੱਛਾ ਕਰਨਾ, ਉਹਦੀ ਸੇਵਾ ਕਰਨੀ, ਉਹਦੇ ਵਿੱਚ ਆਪਣਾ ਧਿਆਨ ਰੱਖਣਾ। जब वो नाम ने सुन के ਹਿਰਦੇ ਵਿੱਚ ਬਸ ਗਿਆ तो सोचो ਅਸੀਂ ਸਫਲ ਹੋ ਗਏ, ਸਾਡਾ ਕਾਰਜ ਪੂर्ण ਹੋ ਗਿਆ। ਜਿਵੇਂ ਕਿ ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਸੋਝੀ ਦੀ ਕਹਿੰਦੇ ਸਹਿਜੇ ਹੀ ਹਰ ਨਾਮ ਸਮਾਏ, ਸਹਿਜ ਸੁਭਾਈ ਸਾਡੀ ਸੁਰਤੀ ਉਹਦੇ ਵਿੱਚ ਸਮਾ ਜਾਊਗੀ। ਬੱਚੇ ਨੂੰ ਵਾਹਿਗੁਰੂ ਏਦਾਂ ਸੰਸਾਰ ਦੇ ਵਿੱਚ ਗਿਆਨ ਨੂੰ ਵਸਾਉਣ ਦੇ ਲਈ ਧੱਕਾ ਨਹੀਂ ਕਰਨਾ ਹੁੰਦਾ, ਉਹ ਤਾਂ ਸਹਿਜ ਸੁਭਾਈ ਉਹਨੂੰ ਸੁਣ ਕੇ ਉਹ ਸੁਣਨਾ ਸਿੱਖ ਜਾਂਦਾ ਹੈ ਤੇ ਸਹਿਜ ਸੁਭਾਈ ਉਹ ਚੀਜ਼ ਉਹਦੇ ਹਿਰਦੇ 'ਚ ਬਸਣੀ ਸ਼ੁਰੂ ਹੋ ਜਾਂਦੀ ਹੈ। ਫਿਰ ਉਹ ਸੁਣਨੇ ਦੇ ਸਾथ साथ देखना ਸਿੱਖ ਜਾਂਦਾ ਹੈ ਤੇ ਉਹ खेलना शुरू कर देता है। इसी तरीके से साने मालिक की आवाज में सुनना सीखना है, सुनने के साथ साथ फिर सानू ध्यान वाली अवस्था गुरमुख दृढ़ कराएंगे, सुनने के साथ साथ असी देखना भी सीख जाएंगे, फिर आप उधर का खेल शुरू हो जाएगा। क्योंकि
ਲੋਕ ਤੇ ਆਪਣਾ ਜੋ ਕਨੈਕਸ਼ਨ ਹੈ ਉਹ ਖਤਮ ਹੋ ਜਾਊਗਾ, ਜੈਸੇ ਕਿ ਆਪਣਾ ਪਰਲੋਕ ਤੇ ਹੋਇਆ ਹੈ। ਤੋ ਇਸੀ ਤਰੀਕੇ ਤੇ ਵਾਹਿਗੁਰੂ ਆਪਾਂ ਸਾਰਿਆਂ ਨੇ ਹੀ ਬਹੁਤ ਹੀ ਸੁਖਮ ਦੇ ਗਿਆਨ ਨੂੰ ਦ੍ਰਿੜ ਕਰਦੇ ਹੋਏ, ਬਹੁਤ ਹੀ ਸਹਿਜ ਦੇ ਵਿੱਚ ਰਹਿੰਦੇ ਹੋਏ ਵਿਚਰਨਾ ਹੁੰਦਾ ਹੈ। ਕਾਲ ਸਾਡੇ ਜਿਤਨੇ ਵੀ ਸਾਡੀਆਂ ਕਮਜ਼ੋਰੀਆਂ ਹੈ, ਜਿੱਥੇ ਆਪਾਂ ਕਹਿੰਦੇ ਕਿ ਆਪਾਂ ਨੂੰ ਗਿਆਨ ਨਹੀਂ ਹੈਗਾ ਨਾ, ਤੇ ਕਹਿੰਦੇ ਕਿ ਉਸ ਚੀਜ਼ ਦਾ ਇਹਨਾਂ ਨੂੰ ਕੀ ਪਤਾ। ਇਹਨਾਂ ਨੂੰ ਵੀ ਜਿਤਨਾ ਟਾਈਮ ਆਪਾਂ ਨੇ ਇਹਨਾਂ ਦੇ ਸਾਥ ਲਾਇਆ ਹੈ, ਮਾਲਿਕ ਦੇ ਸਾਥ ਤਾਂ ਉਤਨਾ ਲਾਇਆ ਹੈ ਨਹੀਂ। ਮਾਲਿਕ ਦੀ ਤਰਫ ਤਾਂ ਆਪਾਂ ਹੁਣ ਸਟਾਰਟ ਹੋਏ ਆ ਚੱਲਣੇ। ਇਹਨਾਂ ਨੂੰ ਆਪਣੀ ਹਰ ਇੱਕ ਹੈਬਿਟ ਦਾ ਪਤਾ ਹੈ ਕਿ ਸਾਡੀ ਕਮਜ਼ੋਰੀ ਕੀ ਹੈ, ਉਹ ਉਸੀ ਚੀਜ਼ ਤੋਂ ਵਾਰ ਕਰਦੇ ਹਨ। ਇਹਨਾਂ ਨੂੰ ਸਾਰਾ ਕੁਝ ਹਾਲ ਸਾਡਾ ਪਤਾ ਹੈ, ਸਾਡੇ ਮਨ ਦੀ ਬਿਰਤੀ ਦਾ ਪਤਾ ਹੈ, ਤੇ ਜਿਸ ਚੀਜ਼ ਤੋਂ ਅਸੀਂ ਡੋਲ ਸਕਦੇ ਹਾਂ, ਅਸੀਂ ਜਿਸ ਚੀਜ਼ ਤੇ ਭੈਭੀਤ ਹੋ ਸਕਦੇ ਹਾਂ, ਇਹ ਉਸੀ ਤਰੀਕੇ ਦਾ ਜਾਲ ਵਿਛਾਣਾ ਹੈ। ਤੇ ਸਾਨੇ ਭੈਭੀਤ ਨਹੀਂ ਹੋਣਾ, ਬਸ ਨੋਰਮਲੀ ਵਾਹਿਗੁਰੂ ਦੇ ਚੇਤਾ ਕਰਕੇ ਬਸ ਚਲਦੇ ਰਹਿਣਾ ਹੁੰਦਾ ਹੈ। तो इस प्रकार जब ਅਸੀਂ गुरु ग्रंथ साहब महाराज जी की बाणी ਨੂੰ मुख रखेंगे और सुनेंगे और भरोसे के साथ ਉਹਨੂੰ दृढ़ करेंगे, ਤੇ ਵਾਹਿਗੁਰੂ ਜਿੰਨੇ ਵੀ ਗੁਰਬਾਣੀ ਗੁਰੂ ਨੂੰ मनन करा है, मनना है, ਤੇ ਵਾਹਿਗੁਰੂ वो जरूर पार होए हैं। बस ਆਪਾਂ ਨੇ ਅਕਾਲ ਪੁਰਖ ਪ੍ਰਮਾਤਮਾ ਤੋਂ ਭੀਖ ਮੰਗਣੀ ਹੈ ਕਿ ਸੱਚੇ ਪਾਤਸ਼ਾਹ ਸਾਡੀ ਮਤ ਬਹੁਤ ਥੋੜੀ ਹੈ, ਆਪ ਖੁਦ ਹੀ ਚਲਾ ਦੇ। ਤੇ ਉਹ ਸਾਨੂੰ ਕੋਸ਼ਿਸ਼ ਵੀ ਕਰ ਰਹੇ ਹੈ ਚਲਾਣੇ ਦੀ। ਆਪਾਂ ਭਾਵੇਂ ਕਿਸੇ ਵੀ ਲੈਵਲ ਤੋਂ ਬੈਠੇ ਹੈ, ਆਪਾਂ ਨੂੰ ਉਹ ਕੋਸ਼ਿਸ਼ ਕਰ ਰਹੇ ਕਿ ਤੁਸੀਂ ਸਾਰੇ ਹੀ ਚਲੋ, ਜਿੰਨੇ ਵੀ ਸੰਗਤ ਰੂਪ ਵਿੱਚ ਆ ਗਏ ਸਾਰੇ ਚਲੋ, ਤੇ ਹੋਰ ਵੀ ਜਿੰਨੇ ਥੋੜੇ ਭੈਣ ਭਾਈ ਭਰਾ ਜੋ ਵੀ ਹੈ ਉਹਨਾਂ ਨੂੰ ਵੀ ਫਿਰਾ ਸੋਝੀ ਦੇ ਕੇ ਉਹਨਾਂ ਨੂੰ ਵੀ ਕਾਲ ਦੇ ਜਾਲ ਤੋਂ ਬਾਹਰ ਕੱਢ ਲਓ, ਕਿਉਂਕਿ ਅਕਾਲ ਸਾਰਿਆਂ ਨੂੰ ਹੀ ਬੜਾ ਦੁੱਖ ਦੇ ਰਿਹਾ ਹੈ। ਔਰ ਆਪਣੇ ਘਰ ਪਹੁੰਚ ਜਾਓ। ਤੇ ਗੁਰਮੁਖੋ ਇਸ ਪ੍ਰਕਾਰ ਹੀ ਸਾਨੇ ਮਾਲਿਕ ਨੂੰ ਬੇਨਤੀਆਂ ਕਰ ਕਰਕੇ, ਮਿੰਨਤ ਜੋਦੜੀਆਂ ਕਰ ਕਰਕੇ, ਗੁਰਬਾਣੀ ਗੁਰੂ ਦੇ ਵਿੱਚ ਸਾਨੂੰ ਬੋਲਾ ਵੀ ਗਿਆ ਹੈ, ਕਹਿੰਦੇ ਕਰ ਮਿੰਨਤ ਕਰ ਜੋਦੜੀ मोहि प्रभु मिलन का चाओ। जब ਅਸੀਂ ਮਾਲਿਕ ਨੂੰ ਜੋਦੜੀਆਂ ਕरेंगे, ਹੱਥ ਜੋੜ ਜੋੜ ਕੇ ਆਪਣੀਆਂ ਗਲਤੀਆਂ ਮਾਫੀ ਮੰਗेंगे, ਤੇ ਵਾਹਿਗੁਰੂ ਉਹ ਅਕਾਲ ਪੁਰਖ ਪਰਮਾਤਮਾ ਸਾਨੂੰ ਬਖਸ਼ ਦੇਣਗੇ। ਤੇ ਗੁਰਮੁਖੋ ਇਸੀ ਤਰੀਕੇ ਤੇ ਸਾਨੂੰ ਚੱਲਣਾ ਹੈ, ਜਿਵੇਂ ਜਿਵੇਂ ਸਾਨੂੰ ਗੁਰਬਾਣੀ ਗੁਰੂ ਹੁਕਮ ਕਰ ਰਹੇ हैं, क्योंकि ਆਪਾਂ ਸਾਰੇ ਹੀ ਸਿੱਖਿਆਰਥੀ हैं और गुरु ग्रंथ साहब महाराज जी ਤੋਂ ਆਪਾਂ ਸਾਰੀ ਸੋਝੀ ਲੈ ਰਹੇ हैं। ਤੇ ਗੁਰਮੁਖੋ ਆਪ ਜੀ ਦੇ ਸਨਮੁਖ ਵਿਚਾਰ ਕਰਦੇ ਹੋਏ ਗੁਰਬਾਣੀ ਗੁਰੂ ਦੇ ਵਿੱਚ ਹੀ ਵਾਹਿਗੁਰੂ ਕੋਸ਼ਿਸ਼ ਕੀਤੀ ਹੈ, ਗੁਰਬਾਣੀ ਗੁਰੂ ਦੀ ਬਾਣੀ ਨੂੰ ਮੁੱਖ ਰੱਖ ਕੇ ਔਰ ਦ੍ਰਿਸ਼ਟਮਾਨ रूप ਦੇ ਵਿੱਚ ਪ੍ਰੈਕਟੀਕਲ जो ਹੋਏ ਹੈ, ਵਾਹਿਗੁਰੂ ਜੋ ਉਦਾਹरण दिए हैं वो दृष्टमान रूप ਦੇ ਵਿੱਚ ਉਠਾ ਕੇ दिए हैं, ताकि क्योंकि ਸਾਨੂੰ दृष्टमान ਗਿਆਨ ਜ਼ਿਆਦਾ ਦ੍ਰਿੜ ਹੋਇਆ ਹੈ, ताकि ਸਾਨੂੰ जो गुरबाणी गुरु का ज्ञान है वो सुखम है, ताकि सानू इजीली तरीके ते वो सोझी आ सके जो गुरबाणी गुरु सानू कह रहे हैं। ते गुरमुखो बाणी ਨੂੰ ਵਿਚਾਰਦੇ ਹੋਏ ਇੱਕ ਨਹੀਂ ਅਨੇਕਾਂ ਹੀ ਪ੍ਰਕਾਰ ਦੇ ਘਟਵਦ ਬਚਨ ਅੱਗੇ ਪਿੱਛੇ ਬੋਲੇ ਜਾਂਦੇ ਵਾਹਿਗੁਰੂ, ਤੇ ਆਪ ਤੇ ਗੁਰੂ ਸਾਹਿਬ ਬਖਸ਼ਣ ਜੋਗ ਹੋ। ਗੁਰਮੁਖੋ ਬਖਸ਼ ਦੇਣਾ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।